So beta, let us start our one-shot revision of chapter number 2, that is goodwill. And ਬੇਟੇ ਇਹ ਸਾਡੇ ਸਿਲੇਬਸ ਦਾ ਨਾ ਸਭ ਤੋਂ ਅੰਡਰਰੇਟਡ ਚੈਪਟਰ ਆ ਮੀਨਸ ਬੱਚਿਆਂ ਨੂੰ ਨਾਰਮਲੀ ਲੱਗਦਾ ਕਿ ਗੁੱਡਵਿਲ ਇਜ਼ ਅ ਵੈਰੀ ਸਿੰਪਲ ਚੈਪਟਰ ਐਂਡ ਇਹਦੇ 'ਚ ਬਸ ਕੁਝ ਫਾਰਮੂਲਾਜ਼ ਹੁੰਦੇ ਆ ਫਾਰਮੂਲਾਜ਼ ਲਰਨ ਕਰਾਂਗੇ ਐਂਡ ਹੋ ਜਾਊਗਾ ਚੈਪਟਰ ਐਂਡ ਮੈਨੀ ਅ ਟਾਈਮਸ ਬੱਚੇ ਪੂਰਾ ਸਿਲੇਬਸ ਕਰਨ ਤੋਂ ਬਾਅਦ ਇਸ ਚੈਪਟਰ ਨੂੰ ਇਗਨੋਰ ਕਰ ਦਿੰਦੇ ਆ ਬੇਟਾ ਕਈ ਵਾਰੀ ਇਸ ਚੈਪਟਰ 'ਚੋਂ ਤੁਹਾਨੂੰ 3 to 4 ਮਾਰਕਸ ਦਾ ਡਾਇਰੈਕਟ ਕੁਐਸਚਨ ਪੁੱਛ ਲਿਆ ਜਾਂਦਾ ਬੋਰਡ ਐਗਜ਼ਾਮ 'ਚ ਜੋ ਹੋਣ ਵਾਲੇ ਬੱਚਿਆਂ ਨੇ ਬੋਰਡ ਐਗਜ਼ਾਮ ਦਿੱਤਾ ਨਾ 2023 ਵਾਲਾ ਬੋਰਡ ਐਗਜ਼ਾਮ ਉਹਦੇ 'ਚ ਗੁੱਡਵਿਲ ਦਾ ਸੁਪਰ ਪ੍ਰੋਫਿਟ ਮੈਥਡ ਦਾ ਇੱਕਦਮ ਡਾਇਰੈਕਟ ਕੁਐਸਚਨ ਆਇਆ ਸੀ 4 ਮਾਰਕਸ ਕੰਸੀਡਰ ਐਵਰੀ ਚੈਪਟਰ ਇੰਪੋਰਟੈਂਟ ਤਾਂ ਹੋ ਸਕਦਾ ਬੇਟੇ ਇਸ ਚੈਪਟਰ 'ਚੋਂ 3 to 4 ਮਾਰਕਸ ਦਾ ਕੁਐਸਚਨ ਬੋਰਡ 'ਚ ਡਾਇਰੈਕਟਲੀ ਪੁੱਛ ਲਿਆ ਜਾਵੇ ਅਗਰ ਨਹੀਂ ਪੁੱਛਦੇ ਤਾਂ ਵੀ ਤੁਹਾਨੂੰ ਗੁੱਡਵਿਲ ਜੋ ਆ ਕਿਤੇ ਨਾ ਕਿਤੇ ਤਾਂ ਗੁੱਡਵਿਲ ਵਾਲੀ ਕੈਲਕੂਲੇਸ਼ਨ ਆ ਹੀ ਸਕਦੀ ਆ ਬਿਕਾਜ਼ ਐਡਮਿਸ਼ਨ 'ਚ ਵੀ ਇਹ ਚੀਜ਼ ਰਿਪੀਟ ਹੁੰਦੀ ਆ ਰਿਟਾਇਰਮੈਂਟ 'ਚ ਵੀ ਰਿਪੀਟ ਹੁੰਦੀ ਆ ਡੈਥ 'ਚ ਵੀ ਰਿਪੀਟ ਹੁੰਦੀ ਆ ਚੇਂਜ ਇਨ PSR 'ਚ ਵੀ ठीक so bete before starting the chapter we must know that what is goodwill so bete goodwill ki hunda that goodwill is an intangible asset which places an enterprise at an advantage because of which the enterprise earns higher profits than normal so agar bilkul simple terms ch kaha beta ਗੁੱਡਵਿਲ ਸਾਡੇ ਬਿਜ਼ਨਸ ਦੀ ਇੱਕ ਤਰੀਕੇ ਦੀ ਰੈਪੂਟੇਸ਼ਨ ਹੁੰਦੀ ਆ ਅਸੀਂ ਇੱਕ ਤਰੀਕੇ ਦਾ ਆਪਣਾ ਨਾਮ ਬਣਾ ਲੈਂਦੇ ਆ ਮਾਰਕੀਟ ਦੇ ਵਿੱਚ ਐਂਡ ਉਸ ਰੈਪੂਟੇਸ਼ਨ ਦੀ ਵਜ੍ਹਾ ਨਾਲ ਕੀ ਹੁੰਦਾ ਵਾ ਕਿ ਅਸੀਂ ਨਾਰਮਲ ਤੋਂ ਜ਼ਿਆਦਾ ਪ੍ਰੋਫਿਟ ਅਰਨ ਕਰ ਪਾਉਂਦੇ ਆ ਠੀਕ ਹੈ ਐਂਡ ਉਸ ਚੀਜ਼ ਨੂੰ ਅਸੀਂ ਗੁੱਡਵਿਲ ਕਹਿੰਦੇ ਆ ਉਹ ਤੋਂ ਬਾਅਦ ਗੁੱਡਵਿਲ ਦੇ ਕੁਝ ਕਰੈਕਟਰਿਸਟਿਕਸ ਬੁੱਕ 'ਚ ਗਿਵਨ ਆ important is ਕਿ ਤੁਹਾਨੂੰ ਪਤਾ ਹੋਵੇ ਕਿ ਗੁੱਡਵਿਲ ਇੱਕ intangible asset ਆ and make sure ਬੇਟਾ ਇਹ ਵੀ ਗੱਲ ਤੁਸੀਂ ਯਾਦ ਰੱਖਣੀ ਆ that goodwill is not a fictitious asset ਬੇਟੇ fictitious asset ਕਿਹੜਾ asset ਹੁੰਦਾ ਵਾ fictitious asset basically ਕੋਈ asset ਨਹੀਂ ਹੁੰਦਾ ਅਸੀਂ just ਇੱਕ ਨਾ imaginary asset create ਕੀਤਾ ਹੋਇਆ balance sheet just ਨਾ ਅਸੀਂ ਦਿਖਾਵੇ ਲਈ ਇੱਕ asset ਲਿਖਿਆ ਹੋਇਆ but ਉਹ actual 'ਚ ਕੋਈ asset ਨਹੀਂ ਹੁੰਦਾ fictitious assets basically losses ਹੁੰਦੇ ਆ ਜੋ over the years write off ਕੀਤੇ ਜਾਂਦੇ ਆ ਸੋ ਆਹ point ਜ਼ਰੂਰ ਯਾਦ ਰੱਖਿਓ ਕਿ goodwill ਇੱਕ intangible asset ਆ but fictitious asset ਨਹੀਂ ਹੈਗਾ ਠੀਕ MCQs 'ਚ ਪੁੱਛਿਆ ਜਾ ਸਕਦਾ ਉਹ ਤੋਂ ਬਾਅਦ ਬੇਟਾ ਗੁੱਡਵਿਲ ਦੀ ਐਂਟਰਪ੍ਰਾਈਜ਼ ਤੋਂ ਕੋਈ ਵੀ ਸੈਪਰੇਟ ਐਗਜ਼ਿਸਟੈਂਸ ਨਹੀਂ ਹੁੰਦੀ ਐਂਡ ਗੁੱਡਵਿਲ ਦੀ ਵਜ੍ਹਾ ਨਾਲ ਆਪਾਂ ਜ਼ਿਆਦਾ ਪ੍ਰੋਫਿਟਸ ਅਰਨ ਕਰ ਪਾਉਂਦੇ ਆ ਗੁੱਡਵਿਲ ਸਾਡੇ ਬਿਜ਼ਨਸ ਦੇ ਲਈ ਕਸਟਮਰਸ ਅਟਰੈਕਟ ਕਰਦੀ ਆ ਐਂਡ ਜੋ ਗੁੱਡਵਿਲ ਆ it comes into existence due to various factors ਮਤਲਬ ਬਹੁਤ ਸਾਰੇ ਫੈਕਟਰਸ ਹੁੰਦੇ ਆ ਇੱਕ ਕੰਪਨੀ ਇੱਕ ਫਰਮ ਦੀ ਗੁੱਡਵਿਲ ਬਿਲਡ ਕਰਨ ਦੇ ਪਿੱਛੇ right that could be the locational advantage favorable contracts brands trademarks and so on then the value of goodwill is subjective in nature ਠੀਕ ਹੈ ਬੇਟੇ ਇਹ ਵੈਲਿਊਅਰ ਦੀ ਅਸੈਸਮੈਂਟ ਤੇ ਡਿਪੈਂਡ ਕਰਦੀ ਆ ਸੋ ਗੁੱਡਵਿਲ ਦੀ ਜਿਹੜੀ ਵੈਲੂਏਸ਼ਨ ਹੁੰਦੀ ਆ ਉਹ ਸਬਜੈਕਟਿਵ ਹੁੰਦੀ ਆ ਕਿ ਤੁਹਾਡੇ ਬਿਜ਼ਨਸ ਦੀ ਕਿੰਨੀ ਵੈਲਿਊ ਕਰ ਰਿਹਾ ਵਾ ਕੋਈ ਠੀਕ ਸੋ ਉਹ ਤੋਂ ਬਾਅਦ ਚ ਬੇਟਾ ਤੁਸੀਂ ਆ ਜਾਓ ਕਿ ਟੈਂਜੀਬਲ ਇੰਟੈਂਜੀਬਲ ਐਸੈਟ ਦਾ ਡਿਫਰੈਂਸ ਕੀ ਹੁੰਦਾ ਟੈਂਜੀਬਲ ਐਸੈਟਸ ਜਿਹਦੀ ਫਿਜ਼ੀਕਲ ਐਗਜ਼ਿਸਟੈਂਸ ਹੁੰਦੀ ਆ ਇੰਟੈਂਜੀਬਲ ਐਸੈਟਸ ਜਿਨ੍ਹਾਂ ਦੀ ਫਿਜ਼ੀਕਲ ਐਗਜ਼ਿਸਟੈਂਸ ਨਹੀਂ ਹੁੰਦੀ ਐਂਡ ਆਪਾਂ ਜਿੰਨੇ ਵੀ ਇੰਟੈਂਜੀਬਲ ਐਸੈਟਸ ਨੇ ਉਹ ਅਕਾਊਂਟਿੰਗ ਸਟੈਂਡਰਡ 26 ਦੇ ਅੰਡਰ ਪੜ੍ਹਦੇ ਆ ਤੁਸੀਂ ਸਿਰਫ ਬੇਟਾ ਅਕਾਊਂਟਿੰਗ ਸਟੈਂਡਰਡ 26 ਮਾਰਕ ਕਰ ਲਓ ਠੀਕ ਹੈ and fictitious asset मैं ਤੁਹਾਨੂੰ already ਦੱਸ ਚੁੱਕੀ ਹਾਂ so basically fictitious asset kind of losses or expenses that are written off in more than 1 year ਠੀਕ ਹੈ so just ਇੱਕ ਦਿਖਾਵੇ ਦਾ asset ਹੁੰਦਾ actual asset ਨਹੀਂ ਹੈਗਾ so fictitious assets ਦੀ ਨਾ ਹੀ ਕੋਈ physical existence ਹੁੰਦੀ ਹੈ ਨਾ ਹੀ ਕੋਈ realizable value but goodwill ਦੀ ਤਾਂ ਇੱਕ realizable value ਹੁੰਦੀ ਆ ਨਾ so goodwill ਨੂੰ ਅਸੀਂ fictitious asset ਨਹੀਂ ਮੰਨਦੇ ਠੀਕ ਉਹ ਤੋਂ ਬਾਅਦ ਬੇਟਾ need for valuing goodwill why do we need to value the goodwill ਦੇਖੋ ਬੇਟਾ ਗੁੱਡਵਿਲ ਨੂੰ ਵੈਲਿਊ ਕਰਨਾ ਹੁੰਦਾ ਜਦੋਂ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਹੋ ਜਾਂਦੀ ਆ ਕੋਈ ਨਵਾਂ ਪਾਰਟਨਰ ਐਡਮਿਟ ਹੋ ਜਾਂਦਾ ਪਾਰਟਨਰ ਰਿਟਾਇਰ ਜਾਂ ਕੋਈ ਪਾਰਟਨਰ ਦੀ ਡੈਥ ਹੋ ਜਾਂਦੀ ਆ ਪਾਰਟਨਰਸ਼ਿਪ ਅਸੀਂ ਸੇਲ ਕਰ ਦਿੰਨੇ ਆ ਜਾਂ ਦੋ ਤੋਂ ਜ਼ਿਆਦਾ ਫਰਮਸ ਅਮੈਲਗਮੇਟ ਹੋ ਜਾਂਦੀਆਂ ਨੇ ਜਾਂ ਪਾਰਟਨਰਸ਼ਿਪ ਨੂੰ ਕੰਪਨੀ 'ਚ ਕਨਵਰਟ ਕਰਨਾ ਆ ਸਾਰੇ ਕੇਸਿਸ ਦੇ ਵਿੱਚ ਗੁੱਡਵਿਲ ਜੋ ਆ ਉਹ ਵੈਲਿਊ ਕੀਤੀ ਜਾਂਦੀ ਆ ਦਿਸ ਇਜ਼ ਆਲਸੋ ਫॉर ਥਿਓਰੀ ਤੁਸੀਂ ਇੱਕ ਵਾਰੀ ਰੀਡ ਕਰ ਲਿਓ ਉਹ ਤੋਂ ਬਾਅਦ ਬੇਟਾ ਫੈਕਟਰਸ ਅਫੈਕਟਿੰਗ ਦ ਵੈਲਿਊ ਆਫ ਗੁੱਡਵਿਲ ਕਿਹੜੇ ਫੈਕਟਰਸ ਆ ਜਿਨ੍ਹਾਂ ਤੇ ਗੁੱਡਵਿਲ ਜੋ ਆ ਉਹ ਡਿਪੈਂਡ ਕਰਦੀ ਆ ਦੇਖੋ ਹੁਣ ਜੋ ਸਾਡਾ ਚੱਲ ਰਿਹਾ ਵਾ ਟ੍ਰੈਂਡ ਬੋਰਡ ਐਗਜ਼ਾਮਸ ਦਾ ਤਾਂ ਡਾਇਰੈਕਟ ਸਾਨੂੰ 3-4 ਮਾਰਕਸ 'ਚ ਕੋਈ ਥਿਓਰੀ ਕੁਐਸਚਨ ਨਹੀਂ ਆਉਂਦਾ ਕਿ ਤੁਹਾਡੇ ਤੋਂ ਡਾਇਰੈਕਟਲੀ ਫੈਕਟਰਸ ਥਿਓਰੀ 'ਚ ਪੁੱਛ ਲੈਣਗੇ ਬਟ MCQs 'ਚ ਪੁੱਛਿਆ ਜਾ ਸਕਦਾ
कि विच ऑफ द फॉलोइंग इज नॉट अ फैक्टर अफेक्टिंग द वैल्यू ऑफ गुडविल या फिर विच ऑफ द फॉलोइंग आर द फैक्टर्स अफेक्टिंग द वैल्यू ऑफ गुडविल। तो एक बारी जस्ट इनू रीड कर लियो बेटा, गो थ्रू दिस टॉपिक वंस। अगर मैनेजमेंट एफिशिएंट होगी डेफिनेटली गुडविल ज़्यादा होगी। फेवरेबल लोकेशन च बिजनेस कर रहे हो ਤੁਸੀਂ, ਲਾਈਕ ਤੁਹਾਡੀ ਜੋ ਸ਼ਾਪ ਆ ਕੋਈ ਵੀ ਬਿਜ਼ਨਸ ਆ ਉਹ ਪੌਸ਼ ਏਰੀਆ ਦੇ ਵਿੱਚ ਲੋਕੇਟ ਕਰ ਰਿਹਾ, ਫੇਵਰੇਬਲ ਲੋਕੇਸ਼ਨ ਆ, ਕਸਟਮਰਸ ਬਹੁਤ ਈਜ਼ੀਲੀ ਤੁਹਾਨੂੰ ਅਪਰੋਚ ਕਰ ਸਕਦੇ, ਤਾਂ ਡੈਫੀਨੇਟਲੀ ਤੁਹਾਡੀ ਗੁੱਡਵਿਲ ਜ਼ਿਆਦਾ ਹੋਊਗੀ। ਠੀਕ ਹੈ, ਫੇਵਰੇਬਲ ਕੰਟਰੈਕਟ ਮਿਲ ਰਿਹਾ, ਜ਼ਿਆਦਾ ਗੁੱਡਵਿਲ, ਜ਼ਿਆਦਾ ਸਮਾਂ ਹੋ ਗਿਆ ਬਿਜ਼ਨਸ ਨੂੰ ਇਸਟੈਬਲਿਸ਼ ਕੀਤੇ ਤਾਂ ਰੈਪੂਟੇਸ਼ਨ ਬਿਲਡ ਹੋਗੀ ਓਵਰ ਅ ਪੀਰੀਅਡ ਆਫ ਟਾਈਮ, ਤਾਂ ਜ਼ਿਆਦਾ ਗੁੱਡਵਿਲ ਆ। ਪੇਟੈਂਟਸ ਦਾ ਐਡਵਾਂਟੇਜ ਮਿਲ ਜਾਂਦਾ ਸਮਟਾਈਮਸ, ਸਪਲਾਈਜ਼ ਤੁਹਾਡੇ ਲਈ ਐਕਸੈਸਿਬਲ ਆ, ਰॉ ਮਟੀਰੀਅਲ ਵਗੈਰਾ ਤੁਸੀਂ ਈਜ਼ੀਲੀ ਐਕਸੈਸ ਕਰ ਪਾ ਰਹੇ ਹੋ ਤਾਂ ਵੀ ਗੁੱਡਵਿਲ ਜ਼ਿਆਦਾ। ਤੁਹਾਡੇ ਪ੍ਰੋਡਕਟਸ ਦੀ ਕੁਆਲਿਟੀ ਅੱਛੀ ਆ, ਗੁੱਡਵਿਲ ਜ਼ਿਆਦਾ। ਮਾਰਕੀਟ ਸਿਚੁਏਸ਼ਨ ਤੇ ਡਿਪੈਂਡ ਕਰਦਾ, ਬਿਜ਼ਨਸ ਦੇ ਰਿਸਕ ਤੇ, ਨੇਚਰ, ਪਾਸਟ ਪਰਫੋਰਮੈਂਸ, ਅਦਰ ਫੈਕਟਰਸ। ਕਾਈਂਡਲੀ ਰੀਡ ਆਲ ਦਿਸ ਪੁਆਇੰਟਸ yourself। ਓਕੇ ਬੇਟਾ, ਸੋ ਇਹ ਸਾਰੇ ਫੈਕਟਰਸ ਅਫੈਕਟਿੰਗ ਗੁੱਡਵਿਲ ਆ। ਐਂਡ ਮੈਂ ਤੁਹਾਨੂੰ ਕਿਉਂ ਕਿਹਾ ਰੀਡ ਕਰਨ ਲਈ, ਬਿਕਾਜ਼ ਸਮਟਾਈਮਸ MCQs 'ਚ ਪੁੱਛ ਲੈਂਦੇ ਆ। ਉਹ ਤੋਂ ਬਾਅਦ ਬੇਟਾ ਲੈਟ ਅਸ ਕਮ ਟੂ ਦ ਮੇਨ ਪਾਰਟ, ਦੈਟ ਇਜ਼ ਦ ਕਲਾਸੀਫਿਕੇਸ਼ਨ ਆਫ ਗੁੱਡਵਿਲ। ਅਸੀਂ ਗੁੱਡਵਿਲ ਨੂੰ ਦੋ ਪਾਰਟਸ 'ਚ ਕਲਾਸੀਫਾਈ ਕਰਦੇ ਹਾਂ, ਪਰਚੇਜ਼ਡ ਗੁੱਡਵਿਲ ਐਂਡ ਸੈਲਫ ਜਨਰੇਟਡ ਗੁੱਡਵਿਲ। ਬੇਟੇ ਪਰਚੇਜ਼ਡ ਗੁੱਡਵਿਲ ਹੁੰਦੀ ਆ ਜਦੋਂ ਅਸੀਂ ਕਿਸੇ ਦਾ ਬਿਜ਼ਨਸ ਐਕਵਾਇਰ ਕਰਦੇ ਹਾਂ ਤਾਂ ਉਹਦੇ ਨਾਲ ਹੀ ਅਸੀਂ ਉਹਨਾਂ ਦੀ ਗੁੱਡਵਿਲ ਵੀ ਪਰਚੇਜ਼ ਕਰਦੇ ਹਾਂ। ਠੀਕ ਹੈ, ਮੈਂ ਕਿਸੇ ਦਾ ਬਿਜ਼ਨਸ ਐਕਵਾਇਰ ਕੀਤਾ ਤਾਂ ਵੈਲਿਊ ਬਣੀ, ਲਾਈਕ ਨੈਟ ਐਸੈਟਸ ਮੀਨਸ ਜੋ ਬਿਜ਼ਨਸ ਐਕਵਾਇਰ ਕੀਤਾ ਐਸੈਟ 'ਚੋਂ ਲਾਇਬਿਲਿਟੀ ਮਾਈਨਸ ਕਰਕੇ ਵੈਲਿਊ ਬਣ ਰਹੀ ਸੀਗੀ 5 ਲੱਖ, ਰਾਈਟ। ਬਟ ਦੇ ਹੈਵ ਚਾਰਜਡ the purchase consideration rupees 6 lakh। ਉਹਨਾਂ ਨੇ ਕਿਹਾ ਕਿ ਅਗਰ ਸਾਡਾ ਬਿਜ਼ਨਸ ਖਰੀਦਣਾ ਤਾਂ ਤੁਹਾਨੂੰ 6 ਲੱਖ ਪੇ ਕਰਨਾ ਪਊਗਾ। ਦੇਖੋ ਵੈਲਿਊ ਤਾਂ ਬਣ ਰਹੀ ਹੈ ਨੈਟ ਐਸੈਟਸ ਦੀ 5 ਲੱਖ, ਬਟ ਵੀ ਆਰ ਰੈਡੀ ਟੂ ਪੇ 6 ਲੱਖ। ਅਸੀਂ 1 ਲੱਖ ਐਕਸਟਰਾ ਕਿਉਂ ਪੇ ਕਰ ਰਹੇ ਹਾਂ? ਬਿਕਾਜ਼ 1 ਲੱਖ ਅਸੀਂ ਜੋ ਆ ਉਹਨਾਂ ਦੀ ਗੁੱਡਵਿਲ ਦੇ ਬਦਲੇ 'ਚ ਉਹਨਾਂ ਨੂੰ ਪੇ ਕਰ ਰਹੇ ਹਾਂ। ਠੀਕ ਹੈ, ਜਦੋਂ ਅਸੀਂ ਬਿਜ਼ਨਸ ਪਰਚੇਜ਼ ਕਰਦੇ ਹਾਂ ਤਾਂ ਉਹਦੇ ਨਾਲ ਅਸੀਂ ਜੋ ਆ ਗੁੱਡਵਿਲ ਵੀ ਪਰਚੇਜ਼ ਕਰਦੇ ਹਾਂ, ਤਾਂ ਇਨ ਕੰਸੀਡਰੇਸ਼ਨ ਆਫ ਗੁੱਡਵਿਲ ਆਪਾਂ ਕੁਝ ਪੇਮੈਂਟ ਕਰ ਰਹੇ ਹੁੰਦੇ ਆ, ਤਾਂ ਉਹ ਹੁੰਦੀ ਆ ਪਰਚੇਜ਼ਡ ਗੁੱਡਵਿਲ। ਐਂਡ ਸੈਲਫ ਜਨਰੇਟਡ ਗੁੱਡਵਿਲ ਮੀਨਸ ਜੋ ਸਾਡੇ ਬਿਜ਼ਨਸ ਦੀ ਗੁੱਡਵਿਲ ਅਸੀਂ ਓਵਰ ਅ ਪੀਰੀਅਡ ਆਫ ਟਾਈਮ ਜਨਰੇਟ ਕਰ ਲਈ। ਐਂਡ ਬੇਟਾ ਜੋ ਅਕਾਊਂਟਿੰਗ ਸਟੈਂਡਰਡ 26 ਆ that deals with the intangible assets, ਉਹ ਕਹਿੰਦਾ ਵਾ ਕਿ ਪਰਚੇਜ਼ਡ ਗੁੱਡਵਿਲ ਹਮੇਸ਼ਾ ਰਿਕਾਰਡ ਕੀਤੀ ਜਾਊਗੀ, ਬਟ ਸੈਲਫ ਜਨਰੇਟਡ ਗੁੱਡਵਿਲ ਜੋ ਆ ਉਹ ਰਿਕਾਰਡ ਨਹੀਂ ਕੀਤੀ ਜਾਊਗੀ। ਓਵਰ ਅ ਪੀਰੀਅਡ ਆਫ ਟਾਈਮ ਜੋ ਗੁੱਡਵਿਲ ਅਸੀਂ ਖੁਦ ਜਨਰੇਟ ਕੀਤੀ ਆ ਆਪਣੇ ਬਿਜ਼ਨਸ ਦੀ, ਅਸੀਂ ਉਹਦੀ ਫਿਲਹਾਲ ਵੈਲਿਊ ਨਹੀਂ ਕਰ ਸਕਦੇ ਬੇਟਾ ਕਿ ਕਿੰਨੀ ਵੈਲਿਊ ਦੀ ਗੁੱਡਵਿਲ ਜਨਰੇਟ ਹੋਗੀ। ਦੈਟ ਇਜ਼ ਵਾਈ ਵੀ ਨੇਵਰ ਰਿਕਾਰਡ ਸੱਚ ਗੁੱਡਵਿਲ। ਠੀਕ ਹੈ, ਤਾਂ ਤੁਸੀਂ ਬਸ ਇੰਨਾ ਕੁ ਪੁਆਇੰਟ ਯਾਦ ਰੱਖਣਾ ਵਾ ਕਿ ਅਸੀਂ ਪਰਚੇਜ਼ਡ ਗੁੱਡਵਿਲ ਨੂੰ ਹਮੇਸ਼ਾ ਰਿਕਾਰਡ ਕਰਦੇ ਹਾਂ ਐਂਡ ਸੈਲਫ ਜਨਰੇਟਡ ਗੁੱਡਵਿਲ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ। ਐਂਡ ਇਹ ਸਭ ਕੁਝ ਸਾਨੂੰ ਅਕਾਊਂਟਿੰਗ ਸਟੈਂਡਰਡ 26 ਦੱਸਦਾ। ਠੀਕ ਹੈ ਬੇਟਾ, ਮੈਥਡਸ ਆਫ ਵੈਲਿਊਏਸ਼ਨ ਆਫ ਗੁੱਡਵਿਲ। ਗੁੱਡਵਿਲ ਨੂੰ ਵੈਲਿਊ ਕਰਨ ਲਈ ਸਾਡੇ ਕੋਲੇ ਕਿਹੜੇ ਮੈਥਡਸ ਨੇ? First is average profit method. Second is super profit method. And third is capitalization method. So ਬੇਟੇ ਮੇਨ ਤਾਂ ਸਾਡੇ ਕੋਲੇ 3 ਹੀ ਮੈਥਡਸ ਨੇ। ਉਹ ਤੋਂ ਬਾਅਦ ਜਦੋਂ ਤੁਸੀਂ ਦੇਖੋਗੇ ਪ੍ਰੈਕਟੀਕਲ ਕੁਐਸਚਨਸ ਤਾਂ ਤੁਸੀਂ ਦੇਖੋਗੇ ਕਿ ਐਵਰੇਜ ਪ੍ਰੋਫਿਟ ਦੇ ਅੰਡਰ ਵੀ ਦੋ ਸਬ ਟਾਈਪਸ ਹੁੰਦੀਆਂ ਨੇ। ਵਨ ਇਜ਼ ਦੀ ਸਿੰਪਲ AP ਮੈਥਡ ਐਂਡ ਦ ਸੈਕਿੰਡ ਇਜ਼ weighted AP ਮੈਥਡ। ਠੀਕ ਹੈ, ਐਂਡ ਸੁਪਰ ਪ੍ਰੋਫਿਟ ਦੇ ਅੰਡਰ ਕੋਈ ਵੀ ਫਰਦਰ ਡਿਵੀਜ਼ਨਸ ਨਹੀਂ ਹੁੰਦੀਆਂ। ਐਂਡ ਕੈਪੀਟਲਾਈਜ਼ੇਸ਼ਨ ਮੈਥਡ ਦੇ ਅੰਡਰ ਵੀ ਅਸੀਂ ਕਰ ਰਹੇ ਹੁੰਦੇ ਆ ਕੈਪੀਟਲਾਈਜ਼ੇਸ਼ਨ ਆਫ ਐਵਰੇਜ ਪ੍ਰੋਫਿਟ ਐਂਡ ਕੈਪੀਟਲਾਈਜ਼ੇਸ਼ਨ ਆਫ ਸੁਪਰ ਪ੍ਰੋਫਿਟ। ਸੋ ਬੇਟੇ ਇਸ ਚੈਪਟਰ ਦੇ ਵਿੱਚ ਟੋਟਲ ਫਾਰਮੂਲਾਜ਼ ਕਿੰਨੇ ਬਣ ਜਾਂਦੇ ਆ? 1 for simple AP, 2 for weighted AP, 3 for SP method, 4 for capitalization of AP and 5th for capitalization of SP. So in total ਤੁਹਾਡੇ ਕੋਲੇ 5 formulas ਹੁੰਦੇ ਆ ਇਸ ਚੈਪਟਰ 'ਚ। ਠੀਕ ਹੈ, so now let us move with the very first method, that is average profit method. ਸੋ ਬੱਚਾ ਐਵਰੇਜ ਪ੍ਰੋਫਿਟ ਮੈਥਡ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਿੰਪਲ AP ਮੈਥਡ ਦੀ ਗੱਲ ਕਰਦੇ ਹਾਂ। ਸੋ ਸਿੰਪਲ ਐਵਰੇਜ ਪ੍ਰੋਫਿਟ ਮੈਥਡ ਦੇ ਅਕੋਰਡਿੰਗਲੀ ਅਸੀਂ ਗੁੱਡਵਿਲ ਕਿਵੇਂ ਡਿਟਰਮਿਨ ਕਰਦੇ ਹਾਂ? ਗੁੱਡਵਿਲ ਇਜ਼ ਕੈਲਕੂਲੇਟਡ ਐਜ਼ ਦੀ ਮਲਟੀਪਲੀਕੇਸ਼ਨ ਆਫ ਐਵਰੇਜ ਨਾਰਮਲ ਪ੍ਰੋਫਿਟ ਇਨਟੂ ਨੰਬਰ ਆਫ ਈਅਰਸ ਪਰਚੇਜ਼। ਐਂਡ ਇੱਕ ਚੀਜ਼ ਜੋ ਤੁਸੀਂ ਯਾਦ ਰੱਖਣੀ ਆ ਬੇਟਾ, that average normal profit must be
after all adjustments। जो तुसी एवरेज नॉर्मल प्रॉफिट लओगे ना बेटा, ਇਹ ਸਾਰੀਆਂ ਐਡਜਸਟਮੈਂਟਸ ਤੋਂ ਬਾਅਦ ਵਾਲਾ ਹੋਣਾ ਚਾਹੀਦਾ, ਦੈਟ ਇਜ਼ ਵਾਈ ਇਹਨੂੰ ਐਵਰੇਜ ਨਾਰਮਲ ਪ੍ਰੋਫਿਟ ਲਿਖਿਆ ਜਾਂਦਾ। ਮਤਲਬ ਉਹ ਪ੍ਰੋਫਿਟ ਜੋ ਤੁਸੀਂ ਨਾਰਮਲ ਕੋਰਸ ਆਫ ਬਿਜ਼ਨਸ ਤੋਂ ਅਰਨ ਕੀਤਾ। ਅਗਰ ਇਸ ਪ੍ਰੋਫਿਟ ਕੋਈ ਵੀ ਐਬਨੋਰਮਲ ਨੇਚਰ ਦੀ ਟ੍ਰਾਂਜੈਕਸ਼ਨ ਜੁੜੀ ਹੋਈ ਆ ਨਾ ਬੇਟਾ, ਤਾਂ ਤੁਸੀਂ ਉਹਨੂੰ ਐਕਸਕਲੂਡ ਕਰਨਾ ਹੁੰਦਾ। ਫॉर एग्जाम्पल अगर कोई एबनॉर्मल गेन ऐड किया होया तो तुसी माइनस करोगे, कोई एबनॉर्मल लॉस माइनस किया होया तो तुसी ऐड बैक कराओगे। मैं तुहानू दिखाउंदी हां कि किहड़ियां-किहड़ियां एडजस्टमेंट्स हुंदियां ने। सो पहला तुसी बेसिकली बेटे आह वाला फार्मूला नोट कर लो सिंपल, कि सिंपल एवरेज प्रॉफिट मैथड दे अंडर असी गुडविल किवें डिटरमिन करदे हां, AP इंटू NYP, नंबर ऑफ ईयर्स परचेज। ठीक है, सो नंबर ऑफ ईयर्स परचेज भी थोनू पता होना चाहिए कि इहदा मतलब की हुंदा। सो नंबर ऑफ ईयर्स परचेज का मतलब की आ बेटा, द नंबर ऑफ ईयर्स फॉर विच द फर्म इज लाइकली टू अर्न सिमिलर प्रॉफिट आफ्टर चेंज इन ओनरशिप बिकॉज ऑफ द एफर्ट्स पुट इन द पास्ट। गुडविल जनरेट होने की वजह नाल बेटा फ्यूचर दे विच किन्ने सालां तक तुसी सेम प्रॉफिट अर्न कर लोगे, उन्होंने असी नंबर ऑफ ईयर्स परचेज कहने आ। ठीक है, सो लेट मी टेल यू द एडजस्टमेंट्स ऑल्सो, तुसी चाहे तो अपनी बुक च ही मार्क कर लियो ये। ठीक है, सो मैं थोड़ा एक फॉर्मूला दसिया सिंपल एवरेज प्रॉफिट का, दैट AP इंटू NYP। वैसे तो आप नॉर्मल अगर एवरेज प्रॉफिट कैलकुलेट करना हो बेटा, जिन्ने भी ईयर्स का प्रॉफिट गिवन आ तुसी सबनू ऐड कर लेने हो, then डिवाइड कर दियो नंबर ऑफ ईयर्स नाल, एंड यू गेट द वैल्यू फॉर एवरेज प्रॉफिट, then NYP नाल मल्टीप्लाई कर दियो, थोड़े कोले गुडविल आ जांदा वा, राइट। सो गुडविल दी वैल्यू आ जाऊगी बाय मल्टीप्लाइंग द AP विद नंबर ऑफ ईयर्स परचेज। बट कई बारी की हुंदा बेटा कि ना सर्टेन एडजस्टमेंट्स गिवन हुंदियां ने क्वेश्चन, एंड यही एडजस्टमेंट्स इंपॉर्टेंट ने। सो तुसी फिर किहड़ियां आइटम्स नू ऐड करना हुंदा, किनू लेस करना हुंदा, काइंडली मार्क दीज एडजस्टमेंट्स। मैं एक बारी तुहानू दस दिन्नी आ बेटा, जो भी असी एवरेज प्रॉफिट कैलकुलेट करने लिए प्रॉफिट लेना हुंदा ना बेटा, वो प्रॉफिट साडा नॉर्मल कोर्स ऑफ बिजनेस वाला प्रॉफिट होना चाहिए, द प्रॉफिट दैट वी हैव अर्नड इन द नॉर्मल कोर्स ऑफ बिजनेस, राइट। जो साडा मेन बिजनेस आ, उस बिजनेस तो जो भी प्रॉफिट असी अर्न किया, असी सिर्फ वही प्रॉफिट कंसिडर करना हुंदा। अगर कोई भी एबनॉर्मल नेचर की ट्रांजैक्शन आ तो उन्होंने एडजस्ट करना पैंदा बेटा, वो नॉर्मल प्रॉफिट असरटेन करन लिए। ठीक, सो देखो बेटा किहड़ियां आइटम्स नू ऐड करना हुंदा। अगर कोई एबनॉर्मल लॉस है, एबनॉर्मल लॉस लाइक लॉस बाय फायर, लॉस बाय थेफ्ट, सो बेटा ये तो एबनॉर्मल नेचर के लॉसेस हो गए ना, ये तो रेकरिंग बेसिस से नहीं हो रहे इदां दे लॉसेस। तो कोई अगर एबनॉर्मल नेचर का लॉस आ जो तुसी ऑलरेडी डिडक्ट किया होया, तुसी उन्हें ऐड बैक कर दोगे। ठीक है, सेम वे बेटा अगर कोई लॉस होया ऑन दी सेल ऑफ फिक्स्ड एसेट्स, साडा मेन बिजनेस थोड़ी ना फिक्स्ड एसेट्स नू सेल करना। सो अगर फिक्स्ड एसेट्स नू सेल करके कोई लॉस हो गया तो वो भी ऐड बैक करना होगा। एंड देन अ वेरी इंपॉर्टेंट पॉइंट, ओवर वैल्यूएशन ऑफ ओपनिंग स्टॉक ऐड की जाती है, एंड क्लोजिंग स्टॉक की अंडर वैल्यूएशन ऐड की जाती है। ठीक है, एंड इन्हों ऐड करने का रीजन ये हुंदा बिकॉज अगर साडा ओपनिंग स्टॉक ओवर वैल्यू किया होगा ना, तो इफेक्ट पता की हुंदा, साडे प्रॉफिट नू रिड्यूस कर दिंदा। सेम वे अगर क्लोजिंग स्टॉक असी अंडर वैल्यू किया होगा, घट वैल्यू लिखी होगी, तो ओदी वजह नाल भी साडा प्रॉफिट घट गया होगा। सो दैट इज वाई उन्हों ऐड करना पैंदा बेटे करेक्ट प्रॉफिट असरटेन करन लिए। ठीक, उस तो बाद आ गया नॉन रेकरिंग एक्सपेंसिस, जो रेकरिंग बेसिस से नहीं हो रहे, रिपीटिंग बेसिस से नहीं हो रहे, उदा के एक्सपेंसिस भी असी ऐड बैक करने होंगे बिकॉज वो साडा नॉर्मल बिजनेस का पार्ट नहीं आ। ठीक है, सो हो सकता उदा के एक्सपेंसिस जो आ फ्यूचर च ना होण, असी तो गुडविल असरटेन करनी आ साडे एस्टीमेटेड प्रॉफिट के बेसिस से। तो प्रीवियस ईयर अगर कोई नॉन रेकरिंग एक्सपेंस माइनस होया तो जरूरी नहीं गा कि वो नैक्सट ईयर च भी होगा। सो दैट इज वाई उन्होंने ऐड बैक करना हुंदा एक करेक्ट प्रॉफिट डिटरमिन करन लिए। एंड इत्थे मैं एक एग्जाम्पल लिख रही हूँ नॉन रेकरिंग एक्सपेंस दी, दैट इज वॉलंटरी retirement compensation paid. You can also add this in your books. सो बेटा जो वॉलंटरी रिटायरमेंट कॉम्पनसेशन पे की है एक नॉन रेकरिंग एक्सपेंस है, रिपीटिंग नेचर का नहीं हैगा। तो अगर इदा का एक्सपेंस गिवन आ तो तुसी इनू भी ऐड बैक कर दोगे।
ਉਹ ਤੋਂ ਬਾਅਦ ਅ ਵੈਰੀ ਇੰਪੋਰਟੈਂਟ ਐਡਜਸਟਮੈਂਟ, ਅਗਰ ਤੁਸੀਂ ਕੈਪੀਟਲ ਐਕਸਪੈਂਡੀਚਰ ਨੂੰ ਰੈਵਨਿਊ ਐਕਸਪੈਂਡੀਚਰ ਮੰਨ ਲਿਆ, ਬੇਟੇ ਜੋ ਕੈਪੀਟਲ ਨੇਚਰ ਦੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਉਹ ਤਾਂ ਅਸੀਂ ਬੈਲੈਂਸ ਸ਼ੀਟ 'ਚ ਰਿਕਾਰਡ ਕਰਦੇ ਹਾਂ, ਐਂਡ ਅਗਰ ਤੁਸੀਂ ਉਹਨੂੰ ਰੈਵਨਿਊ ਐਕਸਪੈਂਡੀਚਰ ਮੰਨ ਕੇ ਆਪਣੇ P&L ਅਕਾਊਂਟ ਰਿਕਾਰਡ ਕਰਤਾ ਐਂਡ ਮਾਈਨਸ ਕਰਤਾ, ਮਤਲਬ ਪ੍ਰੋਫਿਟ ਡਿਟਰਮਿਨ ਕਰਨ ਲਈ ਤੁਸੀਂ ਕੋਈ ਕੈਪੀਟਲ ਐਕਸਪੈਂਡੀਚਰ ਸੀਗਾ ਉਹਨੂੰ ਵੀ ਮਾਈਨਸ ਕਰਤਾ, ਜਦਕਿ ਉਹ ਤਾਂ ਬੈਲੈਂਸ ਸ਼ੀਟ 'ਚ ਰਿਕਾਰਡ ਕਰਨਾ ਸੀ, ਤਾਂ ਉਹਨੂੰ ਵੀ ਤੁਹਾਨੂੰ ਐਡ ਬੈਕ ਕਰਨਾ ਪਊਗਾ। ਐਂਡ ਐਗਜ਼ਾਮਪਲ ਉਹਨਾਂ ਨੇ ਕੀ ਲਿਖੀ ਹੋਈ ਆ ਕਿ ਮਸ਼ੀਨਰੀ ਪਰਚੇਜ਼ ਕੀਤੀ ਬਟ ਤੁਸੀਂ ਗਲਤੀ ਨਾਲ ਉਹਨੂੰ ਪਰਚੇਜ਼ਸ ਅਕਾਊਂਟ 'ਚ ਡੈਬਿਟ ਕਰਤਾ, ਜਦਕਿ ਅਗਰ ਮਸ਼ੀਨਰੀ ਪਰਚੇਜ਼ ਕੀਤੀ ਆ ਤਾਂ ਉਹ ਤਾਂ ਮਸ਼ੀਨਰੀ ਅਕਾਊਂਟ 'ਚ ਡੈਬਿਟ ਹੋਣੀ ਚਾਹੀਦੀ ਸੀਗੀ, ਠੀਕ ਹੈ। ਸੋ ਅਗਰ ਇੱਦਾਂ ਦਾ ਕੋਈ ਕੈਪੀਟਲ ਐਕਸਪੈਂਡੀਚਰ ਆ ਜੋ ਰੈਵਨਿਊ ਮੰਨਿਆ ਗਿਆ ਵਾ, ਉਹਨੂੰ ਵੀ ਤੁਸੀਂ ਬੇਟਾ ਐਡ ਬੈਕ ਕਰਾਉਣਾ, ਠੀਕ ਹੈ। ਉਹ ਤੋਂ ਬਾਅਦ ਸਾਡੇ ਕੋਲੇ ਕਿਹੜੀਆਂ ਐਡਜਸਟਮੈਂਟਸ ਆ ਜਿਨ੍ਹਾਂ ਨੂੰ ਮਾਈਨਸ ਕਰਨਾ ਹੁੰਦਾ? ਫਰਸਟ ਇਜ਼ ਵੈਰੀ ਸਿੰਪਲ, ਐਬਨੋਰਮਲ ਗੇਨ। ਦੈਨ ਦੇਖੋ ਬੇਟਾ ਓਵਰ ਵੈਲਿਊਏਸ਼ਨ ਆਫ ਕਲੋਜ਼ਿੰਗ ਸਟਾਕ ਐਂਡ ਅੰਡਰ ਵੈਲਿਊਏਸ਼ਨ ਆਫ ਓਪਨਿੰਗ ਸਟਾਕ, ਕਿਉਂਕਿ ਇਹ ਸਾਡੇ ਪ੍ਰੋਫਿਟਸ ਨੂੰ ਇਨਕਰੀਜ਼ ਕਰਾ ਦਿੰਦੇ ਆ, ਦੈਟ ਇਜ਼ ਵਾਈ ਇਹਨਾਂ ਨੂੰ ਵੀ ਅਸੀਂ ਮਾਈਨਸ ਕਰਨਾ ਵਾ ਕਰੈਕਟ ਪ੍ਰੋਫਿਟ ਡਿਟਰਮਿਨ ਕਰਨ ਲਈ। ਉਹ ਤੋਂ ਬਾਅਦ ਨॉन ਰੇਕਰਿੰਗ ਇਨਕਮਸ। ਸੋ ਨॉन ਰੇਕਰਿੰਗ ਇਨਕਮਸ ਹੁੰਦੀਆਂ ਨੇ ਜੋ ਐਕਸਪੈਕਟਡ ਨਹੀਂਗਾ ਕਿ ਫਿਊਚਰ 'ਚ ਵੀ ਹੋਣਗੀਆਂ। ਮੈਂ ਇੱਕ ਐਗਜ਼ਾਮਪਲ ਇੱਥੇ ਵੀ ਐਡ ਕਰਵਾ ਰਹੀ ਹਾਂ, ਫॉर एग्जाम्पल इंश्योरेंस क्लेम रिसीव्ड। सो बेटा इंश्योरेंस क्लेम तो उदों ही मिलता जो ਤੁਹਾਡੇ ਕੋਈ ਗੁੱਡਸ ਡੈਮੇਜ ਹੋ ਗਿਆ ਤੇ ਉਹ ਇੰਸ਼ੋਰ ਵੀ ਕਰਾਏ ਗਏ ਸੀਗੇ, ਸੋ ਇਟ ਇਜ਼ ਨॉट ਲਾਈਕਲੀ ਕਿ ਫਿਊਚਰ 'ਚ ਵੀ ਸੇਮ ਚੀਜ਼ ਹੋਊਗੀ, ਹੈ ਨਾ। ਸੋ ਇੱਕ ਵਾਰੀ ਇੰਸ਼ੋਰੈਂਸ ਕਲੇਮ ਮਿਲ ਗਿਆ, ਸੋ ਇਟ ਮੇ ਨॉट ਬੀ ਰਿਪੀਟਿੰਗ ਇਨ ਫਿਊਚਰ ਐਜ਼ ਵੈਲ। ਸੋ ਇੱਕ ਨॉन ਰੈਕਰਿੰਗ ਇਨਕਮ ਆ, ਇਹਨੂੰ ਵੀ ਮਾਈਨਸ ਕਰਨਾ ਹੁੰਦਾ। ਉਹ ਤੋਂ ਬਾਅਦ ਬੇਟਾ ਅਗਰ ਕੋਈ ਨॉन ट्रेड इन्वेस्टमेंट तो इनकम अर्न ਕੀਤੀ ਆ ਤੁਸੀਂ ਐਂਡ ਉਹ ਵੀ ਪ੍ਰੋਫਿਟ 'ਚ ਇਨਕਲੂਡ ਕੀਤੀ ਗਈ ਆ, ਉਹਨੂੰ ਵੀ ਤੁਸੀਂ ਮਾਈਨਸ ਕਰਾ ਦੇਣਾ ਬਿਕਾਜ਼ ਇਹ ਸਾਡੀ ਨਾਰਮਲ ਬਿਜ਼ਨਸ ਐਕਟੀਵਿਟੀ ਦੇ ਨਾਲ ਰਿਲੇਟ ਨਹੀਂ ਕਰਦੀ। ਉਹ ਤੋਂ ਬਾਅਦ ਮੈਨੇਜਮੈਂਟ ਕਾਸਟ, ਮੇਕ ਸ਼ੋਰ ਬੇਟਾ ਤੁਸੀਂ ਇਹ ਚੀਜ਼ ਚੈੱਕ ਕਰੋ ਕਿ ਮੈਨੇਜਮੈਂਟ ਕਾਸਟ ਅਗਰ ਡਿਡਕਟ ਨਹੀਂ ਕੀਤੀ ਹੋਈ ਤਾਂ ਹੀ ਡਿਡਕਟ ਕਰਨੀ ਆ। ਇਫ ਇਟ ਹੈਜ਼ ਬੀਨ ਆਲਰੇਡੀ ਡਿਡਕਟਡ ਫਿਰ ਨਹੀਂ ਮਾਈਨਸ ਕਰਨੀ ਬੇਟਾ, ਠੀਕ ਹੈ। ਐਂਡ ਮੈਨੇਜਮੈਂਟ ਕਾਸਟ 'ਚ ਕੀ ਆ ਜਾਂਦੀ ਆ? any remuneration paid to the partners or to be paid to the partners, ठीक है। ਉਹ ਤੋਂ ਬਾਅਦ ਆ ਗਿਆ ਬੇਟਾ ਕੋਈ ਫਿਊਚਰ ਐਕਸਪੈਂਸ ਲਾਈਕ ਇੰਸ਼ੋਰੈਂਸ ਪ੍ਰੀਮੀਅਮ। ਹਮੇਸ਼ਾ ਯਾਦ ਰੱਖਿਓ ਬੇਟੇ ਇੰਸ਼ੋਰੈਂਸ ਪ੍ਰੀਮੀਅਮ ਵੀ ਮਾਈਨਸ ਕਰਨਾ ਹੁੰਦਾ ਬਿਕਾਜ਼ ਇਹ ਸਾਡਾ ਇੱਕ ਫਿਊਚਰ ਐਕਸਪੈਂਸ ਆ, ਇਟ ਵਿਲ ਬਿਕਮ ਦੀ ਪਾਰਟ ਆਫ ਦੀ ਨਾਰਮਲ ਕੋਰਸ ਆਫ ਬਿਜ਼ਨਸ। ਉਹ ਤੋਂ ਬਾਅਦ ਜੋ ਤੁਸੀਂ ਲਾਸਟ ਤੇ ਐਡਲੈਸ ਕਰਕੇ ਪ੍ਰੋਫਿਟ ਅਸਰਟੇਨ ਕਰੋਗੇ that will be your adjusted profit, that is future maintainable profit। ਐਂਡ ਇਸ ਪ੍ਰੋਫਿਟ ਦੇ ਬੇਸਿਸ ਤੇ ਅਸੀਂ ਬੇਟਾ ਗੁੱਡਵਿਲ ਡਿਟਰਮਿਨ ਕਰਨੀ ਹੁੰਦੀ ਆ, ਗੁੱਡਵਿਲ ਅਸਰਟੇਨ ਕਰਨੀ ਹੁੰਦੀ ਆ। ਜਿਹੜਾ ਓਪਨਿੰਗ ਸਟਾਕ ਵਾਲੀ ਐਡਜਸਟਮੈਂਟ ਹੈ ਇਹਨਾਂ ਨੂੰ ਪਤਾ ਅਸੀਂ ਕਿਵੇਂ ਯਾਦ ਕਰਦੇ ਹੁੰਦੇ ਆ? ਦੇਖੋ ਮੈਂ ਇੱਕ ਚੀਟ ਵੇ ਦੱਸ ਰਹੀ ਹਾਂ, OO that is over valuation of opening stock। ਅਗਰ ਓਪਨਿੰਗ ਸਟਾਕ ਦੀ ਓਵਰ ਵੈਲਿਊਏਸ਼ਨ ਆ ਤਾਂ ਇਹਨੂੰ ਪਲੱਸ ਕਰਨਾ, ਤਾਂ ਬਾਕੀ ਸਾਰੀਆਂ ਚੀਜ਼ਾਂ ਨੂੰ ਨਾ ਇਹ ਤੋਂ ਉਲਟਾ ਕਰਨਾ ਹੁੰਦਾ ਬੇਟਾ। ਅਗਰ ਤੁਸੀਂ ਇੰਨੀ ਚੀਜ਼ ਯਾਦ ਰੱਖ ਲਈ ਕਿ ਓਪਨਿੰਗ ਸਟਾਕ ਦੀ ਓਵਰ ਵੈਲਿਊਏਸ਼ਨ ਪਲੱਸ ਹੋ ਰਹੀ ਆ ਤਾਂ ਇਟ ਮੀਨਸ ਅੰਡਰ ਵੈਲਿਊਏਸ਼ਨ ਜੋ ਆ ਓਪਨਿੰਗ ਸਟਾਕ ਦੀ ਉਹ ਮਾਈਨਸ ਕੀਤੀ ਜਾਊਗੀ, ਠੀਕ ਹੈ। ਅਗਰ ਓਪਨਿੰਗ ਸਟਾਕ ਦੀ ਓਵਰ ਵੈਲਿਊਏਸ਼ਨ ਪਲੱਸ ਹੋ ਰਹੀ ਆ ਤਾਂ ਕਲੋਜ਼ਿੰਗ ਸਟਾਕ ਦੀ ਅੰਡਰ ਵੈਲਿਊਏਸ਼ਨ ਪਲੱਸ ਹੋਊਗੀ, ਐਂਡ ਅਗਰ ਕਲੋਜ਼ਿੰਗ ਸਟਾਕ ਦੀ ਅੰਡਰ ਵੈਲਿਊਏਸ਼ਨ ਪਲੱਸ ਹੋ ਰਹੀ ਆ ਤਾਂ ਓਵਰ ਵੈਲਿਊਏਸ਼ਨ ਮਾਈਨਸ ਹੋ ਜਾਊਗੀ। ਤਾਂ ਇਸ ਤਰੀਕੇ ਦੇ ਨਾਲ ਇਹ ਇੱਕ ਚੀਟ ਕੋਡ ਆ ਜਿਹਦੇ ਥਰੂ ਤੁਸੀਂ ਆਹ ਵਾਲਾ ਪੁਆਇੰਟ ਯਾਦ ਰੱਖ ਸਕਦੇ ਹੋ। ਮੈਂ ਲੌਜੀਕਲੀ ਵੀ ਤੁਹਾਨੂੰ ਇਹ ਚੀਜ਼ ਦੱਸ ਸਕਦੀ ਹਾਂ ਬੇਟਾ, ਅਗਰ ਕਿਸੇ ਬੱਚੇ ਨੂੰ ਵੀ ਇਹਦੇ 'ਚ ਕੋਈ ਵੀ ਕਨਫਿਊਜ਼ਨ ਹੋਵੇ ਤੁਸੀਂ ਆਪਣਾ ਟ੍ਰੇਡਿੰਗ ਅਕਾਊਂਟ ਬਣਾ ਕੇ ਵੀ ਚੈੱਕ ਕਰ ਸਕਦੇ ਹੋ, ਠੀਕ ਹੈ। ਕਿ ਟ੍ਰੇਡਿੰਗ ਅਕਾਊਂਟ ਦੇ ਵਿੱਚ ਨਾਰਮਲੀ ਕੀ ਹੁੰਦਾ ਸੀ, ਇੱਧਰ ਕਲੋਜ਼ਿੰਗ ਸਟਾਕ ਹੁੰਦਾ ਸੀ, ਸੇਲਸ ਹੁੰਦਾ ਸੀ। ਲੈਟ ਅਸ ਸਪੋਜ਼ 100 ਦੀਆਂ ਸੇਲਸ ਆ, 20 ਦਾ ਕਲੋਜ਼ਿੰਗ ਸਟਾਕ ਆ, ਓਪਨਿੰਗ ਸਟਾਕ ਆ 50 ਦਾ ਐਂਡ ਪਰਚੇਜ਼ਸ ਨੇ 10 ਦੀਆਂ। ਸੋ 120 ਮਾਈਨਸ 60 ਤਾਂ ਸਾਡੇ ਕੋਲੇ ਜੋ GP ਆ ਉਹ ਕਿੰਨਾ ਆ ਗਿਆ? 60, ਰਾਈਟ। ਹੁਣ ਮੈਂ ਕਿਹਾ ਕਿ ਕਲੋਜ਼ਿੰਗ ਸਟਾਕ ਨਾ ਓਵਰ ਵੈਲਿਊ ਕੀਤਾ ਹੋਇਆ 30 ਲਿਖਿਆ ਹੋਇਆ, ਸੋ 130 ਚੋਂ 60 ਮਾਈਨਸ ਕਰਾਂਗੇ ਤਾਂ ਕੀ ਹੋ ਜਾਊਗਾ? 70 ਆਊਗਾ ਪ੍ਰੋਫਿਟ। ਤਾਂ ਹੁਣ ਅਗਰ ਕਲੋਜ਼ਿੰਗ ਸਟਾਕ ਤੁਸੀਂ 10 ਰੁਪਏ ਦੇ ਨਾਲ ਇਨਕਰੀਜ਼ ਕੀਤਾ ਵਾ, ਓਵਰ ਵੈਲਿਊ ਕੀਤਾ, ਤਾਂ ਉਹਨੇ ਤੁਹਾਡਾ ਪ੍ਰੋਫਿਟ ਵੀ 10 ਨਾਲ ਇਨਕਰੀਜ਼ ਕਰਤਾ, ਜਦਕਿ ਕਰੈਕਟ ਪ੍ਰੋਫਿਟ ਤਾਂ 60 ਹੋਣਾ ਚਾਹੀਦਾ। ਸੋ ਕਰੈਕਟ ਪ੍ਰੋਫਿਟ ਫਾਈਂਡ ਕਰਨ ਲਈ ਤੁਸੀਂ ਕੀ ਕੀਤਾ? ਜਿੰਨੇ ਨਾਲ ਕਲੋਜ਼ਿੰਗ ਸਟਾਕ ਓਵਰ ਵੈਲਿਊ ਹੋਇਆ ਸੀ ਉਹਨੇ ਨਾਲ ਮਾਈਨਸ ਕਰਾਤਾ, ਉਹ ਵੈਲਿਊ ਤੁਸੀਂ ਪ੍ਰੋਫਿਟ ਚੋਂ ਮਾਈਨਸ ਕਰਤੀ, ਠੀਕ ਹੈ। ਸੋ ਇੱਕ ਜਸਟ ਇੱਕ ਲੌਜਿਕ ਸੀਗਾ ਛੋਟਾ ਜਿਹਾ, ਤੁਸੀਂ ਇਸ ਤਰੀਕੇ ਦੇ ਨਾਲ ਸਾਰਿਆਂ ਦਾ ਕੋਈ ਫਿਕਟੀਸ਼ੀਅਸ ਐਗਜ਼ਾਮਪਲ ਬਣਾ ਕੇ ਦੇਖ ਸਕਦੇ ਹੋ, ਤੁਹਾਨੂੰ ਪਤਾ ਲੱਗ ਜਾਊਗਾ। So beta, let us move to a question. So in this question they have given us
to calculate the value of the goodwill, right? Goodwill the value determine करनी है and the goodwill is to be valued at twice the average annual profit. Means जो बेटे यार twice लिखा होया, this is the NYP, ठीक है? ਤੁਸੀਂ 2 ਦੇ ਨਾਲ ਮਲਟੀਪਲਾਈ ਕਰੋਗੇ AP, ਬਟ ਉਹਨਾਂ ਨੇ ਕੀ ਨਾਲ ਲਿਖਿਆ ਵਾ that the AP of previous 3 or 4 years whichever is higher, ठीक है? अगर इदां ਦਾ ਕੁਐਸਚਨ ਦਿੱਤਾ ਹੋਵੇ ਕਿ ਤੁਸੀਂ ਗੁੱਡਵਿਲ ਨੂੰ ਵੈਲਿਊ ਕਰਨਾ AP ਦੇ basis and जो AP ਤੁਸੀਂ consider करना that will be of the previous 3 or 4 years whichever is higher, ਤਾਂ ਬੇਟੇ ਜਦੋਂ previous year ਲਓਗੇ ਨਾ ਤਾਂ current year ਤੋਂ calculate ਕਰਨਾ start ਕਰਨਾ। so previous 3 years ਲੈ ਰਹੇ ਹੋ ਤਾਂ 2023 2022 2021। ਕਈ ਵਾਰੀ ਬੱਚੇ ਕੀ ਕਰਦੇ ਆ 20 21 22 ਆਹ ਵਾਲੇ 3 years consider ਕਰ ਲੈਂਦੇ ਆ ਤਾਂ question ਗਲਤ ਹੋ ਸਕਦਾ ਬੇਟੇ, ਠੀਕ ਹੈ? ਸੋ ਆ previous 3 years ਹੋ ਗਏ, ਇਹਨਾਂ 3 ਦਾ AP ਕੈਲਕੂਲੇਟ ਕਰੋਗੇ, ਫਿਰ ਉਹਨਾਂ ਨੇ ਕਿਹਾ previous 4 years, ਤਾਂ 4 years ਦਾ AP ਕੈਲਕੂਲੇਟ ਕਰੋਗੇ, then you will check ਕਿ ਕਿੰਨਾ ਚੋਂ ਕਿਹੜੀ ਵੈਲਿਊ ਹਾਇਰ ਆ ਰਹੀ ਆ, whether 3 years ਦਾ AP ਹਾਇਰ ਆ ਰਿਹਾ ਜਾਂ 4 years ਦਾ। ਸੋ ਫਟਾਫਟ ਬੇਟਾ hurry up tell me 3 years ਦਾ AP ਕਿੰਨਾ ਆ ਰਿਹਾ and 4 years ਦਾ AP ਕਿੰਨਾ ਆ ਰਿਹਾ, ठीक है? 3 years ਦੇ AP लिए 48,000 plus 30,300 plus 31,200 divided by 3, you will get the value of average profit for 3 years and for 4 years ਤੁਸੀਂ ਆ ਚਾਰੋਂ ਸਾਲਾਂ ਦੇ profit ਨੂੰ add ਕਰੋਗੇ 4 ਨਾਲ divide ਕਰੋਗੇ, ਠੀਕ ਹੈ? ਜਦੋਂ ਤੁਸੀਂ 3 years ਦਾ AP calculate ਕਰਨਾ ਤਾਂ ਤੁਸੀਂ divide ਵੀ 3 ਦੇ ਨਾਲ ਕਰਨਾ ਬੇਟਾ, ठीक है? एंड प्रॉफिट भी तुसी प्रीवियस 3 years ਦੇ ਹੀ ਲੈਣੇ ਆ एंड ਜਦੋਂ 4 years ਦਾ प्रॉफिट तुसी कैलकुलेट करना ਤਾਂ तुसी 4 years ਦੇ ਹੀ प्रॉफिट ਲਓਗੇ एंड 4 ਦੇ ਨਾਲ ਹੀ डिवाइड ਕਰੋਗੇ बेटा। so hurry up tell me what is the value of AP। okay, 3 years ਦਾ एवरेज प्रॉफिट बन ਰਿਹਾ 36,500 and 4 years ਦਾ एवरेज प्रॉफिट बन ਰਿਹਾ 37,925 एंड ਉਹਨਾਂ ਨੇ ਕਿਹਾ कि ਜਿਹੜਾ प्रॉफिट ਤੁਹਾਡਾ ਹਾਇਰ ਬਣ ਰਿਹਾ ਤੁਸੀਂ ਉਹੀ ਸਿਲੈਕਟ ਕਰਨਾ एंड ਬੇਟੇ ਹਾਇਰ प्रॉफिट ਕਿਹੜਾ ਬਣ ਰਿਹਾ ਵਾ 4 years ਦਾ, that is this value। so ਤੁਸੀਂ ਫਿਰ ਇਹ ਵੀ ਮੈਂਸ਼ਨ ਕਰੋਗੇ that 4 years AP is higher than the 3 years AP and then ਤੁਸੀਂ ਆਪਣੀ ਗੁੱਡਵਿਲ ਡਿਟਰਮਿਨ ਕਰ ਲਓਗੇ जो वैल्यू आई आ that is the higher value and ਉਹਨੂੰ multiply ਕਰ ਦੋਗੇ 2 ਨਾਲ because NYP is 2 in this question and multiply करके you will get the value for the goodwill, ठीक है? okay बेटा। सो आ एक 3 और 4 years वाले क्वेश्चन ਦੇ ਵਿੱਚ ਮੇਨ ਬੱਚਿਆਂ ਨੂੰ ਇਹੀ ਕਨਫਿਊਜ਼ਨ ਰਹਿੰਦੀ ਆ ਕਈ ਵਾਰੀ ਨਾ ਉਹ ਜੋ ਪ੍ਰੋਫਿਟ ਦਿੱਤੇ ਹੁੰਦੇ ਆ ਐਵੇਂ ਦਿੱਤੇ ਹੁੰਦੇ ਆ 2020 2021 2022 2023 ਤਾਂ ਬੱਚਿਆਂ ਨੂੰ ਬੜੀ ਆਦਤ ਬਣੀ ਹੁੰਦੀ ਆ ਕਿ ਪਹਿਲੇ ਹੀ 3 ਸਿਲੈਕਟ ਕਰਨਾ ਇਦਾਂ ਸਿਲੈਕਟ ਕਰ ਲੈਂਦੇ ਆ ਜੋ ਕਿ ਗਲਤ ਹੋ ਜਾਂਦਾ ਬੇਟਾ। ਤਾਂ ਆਹ ਵਾਲਾ ਪੁਆਇੰਟ ਦੱਸਣ ਲਈ ਮੈਂ ਆਹ ਵਾਲਾ ਕੁਐਸਚਨ ਐਡ ਕੀਤਾ ਸੀ। ਸੋ ਲੈਟ ਅਸ ਮੂਵ ਟੂ ਦੀ ਅਨਦਰ ਕੁਐਸਚਨ। ਸੋ ਬੇਟਾ इस क्वेश्चन की given that Simran purchased Anita's business on 1st April. It was agreed to value goodwill at 3 years purchase of average normal profit of last 4 years. So बेटे AP 4 years ਦੀ calculate करनी है and NYP कितना वा 3 years. Then profits given are 4 years ਦੇ। then नीचे बेटे साडे कोले कुछ adjustments given आ and ਹੁਣ ਤੁਸੀਂ ਦੱਸੋਗੇ कि केड़ी एडजस्टमेंट ऐड होगी एंड केड़ी लेस होगी, ठीक है? सो फर्स्ट गिवन है दैट ड्यूरिंग द ईयर एंडेड 31st March 2020 एसेट वाज सोल्ड एट अ गेन ऑफ 10,000। सो बोलो बेटा 2020 ਦੇ ਵਿੱਚ ਇੱਕ ਐਸੈਟ ਸੇਲ ਕੀਤਾ ਸੀ ਐਟ ਅ ਪ੍ਰੋਫਿਟ ਆਫ 10,000। ਦਿਸ ਇਜ਼ ਐਨ ਐਬਨੋਰਮਲ ਗੇਨ। ਸੋ ਡੈਫੀਨੇਟਲੀ ਬੇਟਾ ਇਹਨੂੰ ਅਸੀਂ ਕੀ ਕਰਾਂਗੇ ਮਾਈਨਸ ਕਰਾਂਗੇ शाबाश from the year 2020। so इस साल तुसी 10,000 माइनस करना, ठीक है? then next adjustments की given are that during the year ended 31st March 2021 a machine was destroyed in accident and 30,000 was written off as loss in P&L account। so this is an abnormal loss, very good। so इनू तुसी की करोगे 2021 च add कर दोगे, very good, ठीक है? नेक्स्ट देखो बेटा
In the year 2022, Ford's assets were not insured due to oversight, an insurance premium being 10,000. It is an expense incurred every year. So it is a regular expense. So इनू की करोगे बेटा? So मैं थोड़े adjustments भी mark करवाया कि whenever insurance premium is given, this being a regular expense ਅਸੀਂ हमेशा minus करना ਹੁੰਦਾ बेटा, ठीक है? So ਇਹਨੂੰ ਤੁਸੀਂ 2022 ਚੋਂ minus ਕਰ ਲਓਗੇ। Okay, so what you will do is ਤੁਸੀਂ अपने एक column बनाओगे year ਦਾ, second column बनाओगे profits or losses ਦਾ, third column बनाओगे adjustments ਦਾ, and fourth column ਤੁਹਾਡਾ ਹੋ ਜਾਊਗਾ ਬੇਟੇ adjusted profit or you can say normal profit, and ਇਹਨਾਂ ਨੂੰ plus minus ਕਰਕੇ ਤੁਸੀਂ ਇੱਥੇ values ਲਿਖ ਲਓਗੇ 80,000, 1,90,000, 1,70,000, 2,20,000। then बेटे आ सारियां वैल्यूज ऐड हो जाणगियां, टोटल प्रॉफिट आ जाऊगा 6,60,000। ਉਹ ਤੋਂ ਬਾਅਦ ਤੁਸੀਂ ਕੀ ਕਰੋਗੇ AP कैलकुलेट करोगे। किवें कैलकुलेट करोगे? हमेशा याद रखियो बेटे ਤੁਸੀਂ पेपर च प्रॉपर फॉर्मूलाज भी लिखोगे, ठीक है? सो AP विल बी टोटल नॉर्मल प्रॉफिट divided by number of years. So मैं डायरेक्टली कर रही हूँ, number of years are 4, so we will get 1,65,000 as AP, and goodwill किया AP into NYP, AP is 1,65,000, and number of years purchase already given, see that is 3, so we will get 4,95,000 as the value of goodwill। ठीक, so on back exercise का एक question देखते हैं बेटा। Madhu Vidhi are partners. This is their ratio. They admit Manu as a partner. So Manu will be given this share. And the goodwill of the firm will be valued at 2 years purchase of 3 years normal average profit. So beta 2 years purchase given and 3 years normal average profit calculate करना। So 3 सालों का profit और loss given आ। Now let us see कि केड़ी adjustment add होगी and केड़ी adjustment less होगी। So 2023 profit given आ 30,000 after debiting loss of stock by fire. So loss of stock by fire ते एक abnormal loss आ। So plus करांगे या minus? Very good. So ਇਹਨੂੰ ਆਪਾਂ add ਕਰਾਵਾਂਗੇ। ਉਹ ਤੋਂ ਬਾਅਦ ਦੇਖੋ ਬੇਟਾ next year ਚ loss given ਆ and it includes a voluntary retirement compensation paid। मतलब इस loss तक पहुंचण लिए ਅਸੀਂ voluntary retirement compensation already pay ਕੀਤੀ ਹੋਈ ਆ ਬੇਟਾ, and voluntary retirement compensation ਤਾਂ ਸਾਡੀ ਕੋਈ regular expense ਨਹੀਂ ਹੈਗਾ, so ਇਹਨੂੰ ਵੀ ਅਸੀਂ ਕੀ ਕਰ ਦਾਂਗੇ add back, right? ਉਹ ਤੋਂ ਬਾਅਦ profit given ਆ and this includes a gain on sale of fixed assets, this being an abnormal gain ਅਸੀਂ minus ਕਰਾਂਗੇ, ठीक? सो ਤੁਸੀਂ ਕਿਵੇਂ columns ਬਣਾਓਗੇ? ਸਭ ਤੋਂ ਪਹਿਲਾਂ ਤੁਹਾਡਾ column ਹੋਊਗਾ year ਦਾ, then ਬੇਟਾ profit or loss। सो जिस year ਦਾ profit given ਆ direct value ਲਿਖੋ, जिस ਸਾਲ ਦਾ loss given ਆ brackets ਚ ਲਿਖ ਲਓ, and again profit। ਉਹ ਤੋਂ ਬਾਅਦ ਬੇਟਾ ਇਹ ਤਾਂ copy paste ਕੀਤਾ question ਚੋਂ, adjustments already ਦੱਸ ਚੁੱਕੀ ਹਾਂ, 40,000 add ਕਰਨਾ, 1,10,000 add ਕਰਨਾ and 30,000 ਅਸੀਂ minus ਕਰਨਾ, then you will get the adjusted profits। कितना कितना बन रहा बेटा? 70,000, 30,000। So 110 minus 30, here it will be 80,000। So 1,80,000 total normal profit आ गया। AP किमें calculate कर लूँगी? 1,80,000 divided by 3, this will be 60,000, and goodwill is 2 years purchase, so 60,000 into 2, it will be 1,20,000। This is a very important question of the chapter. So let us now solve this question. Abhay, Babu and Charu are the partners. They are sharing profits and losses equally. And in this question, we are supposed to determine the value of the goodwill, and it is to be calculated on the basis of 4 years purchase of AP of last 5 years. So, bete number of years purchase are 4 and AP ਆਪਾਂ ਕਿੰਨੇ ਸਾਲਾਂ ਦੀ ਲੈਣੀ ਆ 5 years ਦੀ। 5 years ਦੇ profits or losses given ਆ profits ਆ ਜੋ brackets 'ਚ ਲਿਖਿਆ ਹੋਇਆ ਬੇਟੇ ਉਹ loss ਆ। Then these are the adjustments। फर्स्ट एडजस्टमेंट आ कि एक कार सीगी 1 लाख दी,
कार परचेज की है ना 1 लाख दी, कोई बच्चा मैनू दस सकता अगर कार परचेज की है कैपिटल एक्सपेंडिचर है या रेवेन्यू एक्सपेंडिचर आ? वेरी गुड। सो अगर असी कार परचेज की है सो दिस इज दी कैपिटल एक्सपेंडिचर, सो इट मस्ट बी रिकॉर्डेड इन द बैलेंस शीट। बट उन्होंने की किया, उन्होंने इनू ट्रैवलिंग एक्सपेंसिस अकाउंट च रिकॉर्ड कर लिया, मीनस दे हैड ट्रीटेड कैपिटल एक्सपेंडिचर एज रेवेन्यू एक्सपेंडिचर। ठीक है, on which depreciation is to be charged 25%, ਜਿਹਦੇ ਤੇ ਬੇਟੇ depreciation ਵੀ charge ਕਰਨੀ ਸੀਗੀ 25%। ਸੋ ਫਰਸਟ ਆਫ ਆਲ ਆਪਾਂ ਨਾ ਟੇਬਲ ਬਣਾ ਲੈਂਦੇ ਆ। ਸੋ ਪਹਿਲਾ ਕਾਲਮ ਹੁੰਦਾ ਵਾ ਈਅਰ ਦਾ 2019 2020 21 2022 2023। ਨੈਕਸਟ ਹੋ ਗਿਆ ਸਾਡੇ ਕੋਲੇ ਪ੍ਰੋਫਿਟ ਔਰ ਲਾਸ ਦਾ ਕਾਲਮ। then बेटे एडजस्टमेंट्स एंड एडजस्टमेंट्स तो बाद असी कैलकुलेट करना हुंदा वा एडजस्टेड प्रॉफिट। सो सब तो पहला ना आपां कार वाली एडजस्टमेंट कर रहे हैं। सो कार जो कि कैपिटल एक्सपेंडिचर सी ਉਹਨੂੰ ਅਸੀਂ ਰੈਵਨਿਊ ਐਕਸਪੈਂਡੀਚਰ ਮੰਨ ਲਿਆ ਐਂਡ ਰੈਵਨਿਊ ਐਕਸਪੈਂਡੀਚਰਸ ਅਸੀਂ P&L ਅਕਾਊਂਟ 'ਚ ਰਿਕਾਰਡ ਕਰਦੇ ਹਾਂ, ਕੈਪੀਟਲ ਐਕਸਪੈਂਡੀਚਰਸ ਅਸੀਂ ਬੈਲੈਂਸ ਸ਼ੀਟ 'ਚ ਰਿਕਾਰਡ ਕਰਦੇ ਹਾਂ। ਤੁਸੀਂ ਕਲਾਸ 11 ਦੇ ਫਾਈਨਲ ਅਕਾਊਂਟ ਵਾਲੇ ਚੈਪਟਰ 'ਚ ਆਲਰੇਡੀ ਸਿੱਖ ਚੁੱਕੇ ਹੋ ਬੇਟਾ, ਰਾਈਟ। ਸੋ ਅਗਰ ਉਹਨਾਂ ਨੇ ਰੈਵਨਿਊ ਐਕਸਪੈਂਡੀਚਰ ਟਰੀਟ ਕਰ ਲਿਆ ਕਾਰ ਨੂੰ, मीनस उन्होंने तो P&L अकाउंट रिकॉर्ड करती कार। सो डेफिनेटली अगर कार P&L अकाउंट एक एक्सपेंस बन के रिकॉर्ड हो गया तो उन्हें तो थोड़े प्रॉफिट रिड्यूस करते इन द ईयर 2022। सो ठीक करने लिए तुसी की करोगे बेटा 2022 ਦੇ ਵਿੱਚ जो भी कार परचेज की गई ਸੀਗੀ ਉਹਨੂੰ ਤੁਸੀਂ ਐਡ बैक कर दोगे। ठीक है, उन्होंने की लिखा वा बेटा 1 अप्रैल 2022 ਨੂੰ कार परचेज की आ एंड जो सानू आ प्रॉफिट्स गिवन है ना बेटा, these profits are for the year ended 31st March, right? So means at 31st March 2019, so this is 1st April 2018 to 31st March 2019, next year is 1920, next is 2020 to 2021, next is 2021 to 2022, and here we have 2022 to 2023। so जो car ਤੁਸੀਂ ਪਰਚੇਜ਼ ਕੀਤੀ ਸੀਗੀ ਐਂਡ ਤੁਸੀਂ 2022 ਐਂਡ 2023 ਇਹ ਵਾਲੇ ਸਾਲ 'ਚ ਮਾਈਨਸ ਕਰਾ ਚੁੱਕੇ ਹੋ, ਤਾਂ ਇਸ ਸਾਲ 'ਚ ਉਹਨੂੰ ਕੀ ਕਰਨਾ ਬੇਟਾ ਐਡ ਬੈਕ ਕਰਾ ਦੇਣਾ। ਠੀਕ ਹੈ, ਠੀਕ ਬੇਟਾ, ਸਾਰੇ ਸਮਝ ਗਏ ਨਾ ਕਿ ਕਾਰ ਐਡ ਕਿਉਂ ਹੋਈ? ਕਿਉਂਕਿ ਕੈਪੀਟਲ ਐਕਸਪੈਂਡੀਚਰ ਨੂੰ ਤੁਸੀਂ ਰੈਵਨਿਊ ਮੰਨ ਲਿਆ, ਤੁਹਾਡਾ ਉਹਨੇ ਪ੍ਰੋਫਿਟ ਘਟਾਤਾ ਤਾਂ ਤੁਸੀਂ ਹੁਣ ਐਡ ਬੈਕ ਕਰ ਰਹੇ ਹੋ, ਆਪਣੀ ਗਲਤੀ ਸੁਧਾਰ ਰਹੇ ਹੋ। ਨੈਕਸਟ ਉਹ ਕਹਿੰਦੇ ਉਹਦੇ ਤੇ 25% ਡੈਪਰੀਸੀਏਸ਼ਨ ਚਾਰਜ ਹੋਣੀ ਸੀ। 1 ਲੱਖ ਤਾਂ 25% ਕਿੰਨਾ ਹੋ ਗਿਆ 25,000। ਸੋ ਬੇਟੇ ਅਗਰ ਤੁਸੀਂ ਕਾਰ ਨੂੰ ਕੈਪੀਟਲ ਐਕਸਪੈਂਡੀਚਰ ਮੰਨਿਆ ਹੀ ਨਹੀਂ, ਬੈਲੈਂਸ ਸ਼ੀਟ 'ਚ ਰਿਕਾਰਡ ਕੀਤਾ ਹੀ ਨਹੀਂ, ਤਾਂ ਡੈਫੀਨੇਟਲੀ ਤੁਸੀਂ ਡੈਪਰੀਸੀਏਸ਼ਨ ਵੀ ਮਾਈਨਸ ਨਹੀਂ ਕੀਤੀ ਹੋਊਗੀ, मतलब डेप्रीसीएशन चार्ज ही नहीं की होगी। अगर डेप्रीसीएशन लगाई नहीं तो माइनस भी नहीं की, तो आ भी थोड़ी गलती होगी। तो ये गलती भी किवें सुधारोगे तुसी? डेप्रीसीएशन माइनस करके। ठीक है, सो हुण तुसी डेप्रीसीएशन माइनस करोगे। नेक्स्ट की कह रहे हैं, इंटरेस्ट ऑफ 10,000 on non-trade investment is credited to income for the year ended 2022 and 2023। 2022 ਐਂਡ 2023 ਦੇ ਵਿੱਚ ਨਾ ਇੱਕ ਨੌਨ ਟ੍ਰੇਡ ਇਨਵੈਸਟਮੈਂਟਸ ਵਾਲੀ ਇਨਕਮ ਐਡ ਕੀਤੀ ਹੋਈ ਆ। ਸੋ ਨੌਨ ਟ੍ਰੇਡ ਇਨਵੈਸਟਮੈਂਟ ਵਾਲੀ ਜਿਹੜੀ ਇਨਕਮ ਆ ਉਹ ਸਾਡੀ ਨਾਰਮਲ ਕੋਰਸ ਆਫ ਬਿਜ਼ਨਸ ਵਾਲੀ ਇਨਕਮ ਨਹੀਂ ਹੈਗੀ, ਤਾਂ ਉਹ ਐਡ ਨਹੀਂ ਕਰਨੀ ਸੀ, ਪਰ ਅਸੀਂ ਐਡ ਕੀਤੀ ਹੋਈ ਆ, ਤਾਂ ਉਹਨੂੰ ਅਸੀਂ ਕੀ ਕਰ ਦਾਂਗੇ ਬੇਟਾ ਹੁਣ ਮਾਈਨਸ ਕਰਾ ਦਾਂਗੇ 2022 ਚੋਂ ਵੀ ਐਂਡ 2023 ਵਿੱਚੋਂ ਵੀ। ਠੀਕ ਹੈ, क्योंकि दोनों सालों के विच आह एक एबनॉर्मल इनकम जिहड़ी ओह ऐड हुई हुई आ। ठीक, आ वाले सालों च कोई एडजस्टमेंट नहीं हैगी। हुण तुसीं एडजस्टेड प्रॉफिट कैलकुलेट कर लो, 1,50,000, 3,50,000, 5 lakh, 7 lakh, and here is 5,25,000 negative। then बेटा टोटल कैलकुलेट कर लो 11,75,000। then तुसी AP कैलकुलेट करोगे 11,75,000 divided by 5, this is 2,35,000 and the number of years purchase is 4 years। so then तुसी इनू 4 नाल multiply करोगे and you will get the value for goodwill, that is 9,40,000। ठीक है,
ਉਹ ਤੋਂ ਬਾਅਦ ਬੇਟੇ ਇੱਕ ਇਲਸਟ੍ਰੇਸ਼ਨ ਸੋਲਵ ਕਰਨੀ ਆ। ਸੋ ਇਸ ਕੁਐਸਚਨ ਦੇ ਵਿੱਚ ਵੀ ਬੇਟਾ ਦਿਸ ਇਜ਼ ਵੈਰੀ ਮਚ ਸਿਮਿਲਰ ਟੂ ਦੀ ਪ੍ਰੀਵੀਅਸ ਕੁਐਸਚਨ। ਇਸ ਕੁਐਸਚਨ 'ਚ ਵੀ ਪ੍ਰੋਫਿਟ ਐਂਡ ਲॉसेस ਗਿਵਨ ਨੇ ਐਂਡ ਦੈਨ ਕੁਛ ਐਡਜਸਟਮੈਂਟਸ ਗਿਵਨ ਆ। ਪਹਿਲਾਂ ਦੇਖ ਲੈਂਦੇ ਆ ਨੰਬਰ ਆਫ ਈਅਰਸ ਪਰਚੇਜ਼ ਕਿੰਨਾ 2 ਈਅਰਸ ਪਰਚੇਜ਼ ਐਂਡ ਐਵਰੇਜ ਪ੍ਰੋਫਿਟ ਕਰਨਾ ਲਾਸਟ 4 ਈਅਰਸ ਦਾ। ਐਂਡ ਐਡਜਸਟਮੈਂਟਸ 'ਚ ਕੀ ਲਿਖਿਆ ਹੋਇਆ that firm had a profit on sale of building and bracket 'ਚ ਉਹਨਾਂ ਨੇ ਮੈਂਸ਼ਨ ਵੀ ਕਰਤਾ that this is abnormal gain 10,000 during the year ended 31st March 2020। ਸੋ ਇਸ ਸਾਲ 'ਚ ਇੱਕ abnormal gain ਜੁੜਿਆ ਹੋਇਆ, ਤੁਸੀਂ ਉਹਨੂੰ ਮਾਈਨਸ ਕਰ ਦੋਗੇ। this is simple। ਨੈਕਸਟ ਉਹਨਾਂ ਨੇ ਲਿਖਿਆ ਹੀ ਹੋਇਆ ਵਾ ਕਿ abnormal loss ਆ in the year 31st March 2021 20,000। ਸੋ abnormal loss ਨੂੰ ਤੁਸੀਂ add back ਕਰਾ ਦੋਗੇ 20,000। next beta this is an important adjustment। repairs to car 50,000 was wrongly debited to vehicles account। so bete agar car nu ਅਸੀਂ repair ਕੀਤਾ so this is revenue expenditure but ਉਹਨਾਂ ਨੇ asset account ਦੇ ਵਿੱਚ ਇਹਨੂੰ record ਕਰ ਲਿਆ means they had treated it as capital expenditure and date is also given 1st June। and अगर capital expenditure treat कर लिया तो उन्होंने गलती नाल depreciation भी charge करती on straight line basis। ठीक है, very good। so 31st March 2022 जो कार ਦੀਆਂ repairs ਨੇ जो कि माइनस ਹੋਣੀਆਂ ਚਾਹੀਦੀਆਂ ਸੀ but ਉਹਨਾਂ ਨੇ ਮਾइनस नहीं कराइयां क्योंकि ਉਹਨਾਂ ਨੇ बैलेंस शीट 'ਚ record करता तो ਹੁਣ ਅਸੀਂ ਉਹਨੂੰ माइनस कर ਦਾਂਗੇ। सो देखो बेटा जो रिपेयर एक्सपेंसिस ने ना ये तो P&L अकाउंट माइनस करने चाहिए सी। ਜਦੋਂ ਅਸੀਂ प्रॉफिट एंड लॉस अकाउंट ਬਣਾਉਂਦੇ ਆ ਤਾਂ प्रॉफिट एंड लॉस अकाउंट ਦੀ ਇਸ ਸਾਈਡ ਅਸੀਂ ਸਾਰੇ एक्सपेंसिस रिकॉर्ड ਕਰਦੇ ਆ ਤਾਂ ਉੱਥੇ रिकॉर्ड करना ਸੀਗਾ 2 रिपेयर्स राइट। बट ਉਹਨਾਂ ने पता ਕੀ ਕੀਤਾ ਉਹਨਾਂ ਨੇ बैलेंस शीट गलती नाल रिपेयर ਦੀ बजाय व्हीकल ट्रीट कर लिया मतलब कार रिकॉर्ड करती बैलेंस शीट एंड ਉਹਦੇ ਚੋਂ डेप्रीसीएशन भी माइनस करती 2021 मतलब 1st June 2021 इस साल च भी माइनस की एंड वो तो नेक्स्ट ईयर दी डेप्रीसीएशन भी माइनस करती। सो ईयर एंडेड 2022 एंड 2023 SLM दे बेसिस पे। सो आ भी साडा एरर वाला पॉइंट हो गया क्योंकि वो तो सीगा ही एक रेवेन्यू एक्सपेंडिचर तो डेप्रीसीएशन थोड़ी ना ਉਹਦੇ ਤੇ ਲੱਗਣੀ ਸੀਗੀ तो जो डेप्रीसीएशन ਅਸੀਂ माइनस ਕੀਤੀ ਉਹਨੂੰ ਅਸੀਂ ਐਡ ਬੈਕ ਕਰਾਂਗੇ एंड जो रिपेयर एक्सपेंस ਅਸੀਂ माइनस नहीं ਸੀ ਕੀਤਾ ਉਹਨੂੰ ਬੇਟੇ ਅਸੀਂ माइनस करांगे। सो गॉट इट बेटा जो रिपेयर एक्सपेंसिस है 50,000 ਅਸੀਂ माइनस करते ਉਹ ਤੋਂ ਬਾਅਦ बेटा जो डेप्रीसीएशन ਆ 12% देखो 1st जून ਨੂੰ ਉਹਨਾਂ ਨੇ ਰਿਕਾਰਡ ਕੀਤੀ ਆ ਕਾਰ ਤਾਂ 1st जून ਤੋਂ ਲੈ ਕੇ 31st ਮਾਰਚ ਤੱਕ ਕਿੰਨੇ ਮੰਥਸ ਬਣ ਰਹੇ ਆ 10 ਮੰਥਸ ਹੈ ਨਾ। ਸੋ ਫਰਸਟ ਈਅਰ ਦੇ ਵਿੱਚ ਜੋ डेप्रीसीएशन ਲੱਗੀ ਹੋਊਗੀ ਉਹ 10 ਮੰਥਸ ਦੀ ਲੱਗੀ ਹੋਊਗੀ। ਸੋ 50,000 ਦਾ 12% for 10 months this will be 5,000। so पहले साल च तुसी 5,000 डेप्रीसीएशन माइनस कीती आ सो हुण तुसी 5,000 डेप्रीसीएशन एड बैक करा दोगे एंड नेक्स्ट ईयर च तां पूरे साल दी ही डेप्रीसीएशन माइनस हुई होगी। द कॉस्ट इज 50,000 सो 50,000 दा 10% 12% सॉरी दैट इज 6,000। सो नेक्स्ट ईयर च तुसी 6,000 जो आ वो डेप्रीसीएशन एड कराओगे। ठीक सो एडजस्टेड प्रॉफिट कितना आ जाऊगा बेटा 60,000 1,20,000 1 lakh the loss and 1,50,000 इन्हां नू add less करोगे total will be 2,30,000। this is the total profit। so AP calculate कर लोगे divided by 4 and N by P नाल multiply करके you will get the value of goodwill। so AP किमें आ जाऊगा 2,30,000 divided by 4 57,500। ठीक so goodwill calculate करोगे by multiplying it with 2 and we will get the value for goodwill। ठीक बेटा जी। so बेटा जो weighted average profit method आ ਇਹਦੀ ਇੱਕ ਇਲਸਟ੍ਰੇਸ਼ਨ ਕਰਵਾਉਂਗੀ ਐਂਡ ਇਲਸਟ੍ਰੇਸ਼ਨ ਦੇ ਥਰੂ ਹੀ ਦੱਸ ਦੂੰਗੀ ਕਿ ਕਿਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ ਵਾ। ਸੋ ਵੇਟਡ ਐਵਰੇਜ ਪ੍ਰੋਫਿਟ ਮੈਥਡ ਦੇ ਅਕੋਰਡਿੰਗਲੀ ਅਸੀਂ ਗੁੱਡਵਿਲ ਕਿਵੇਂ ਅਸਰਟੇਨ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਵੇਟਡ AP ਕੈਲਕੂਲੇਟ ਕਰਦੇ ਹਾਂ ਐਂਡ ਦੈਨ ਵੇਟਡ AP ਨੂੰ NYP ਦੇ ਨਾਲ ਮਲਟੀਪਲਾਈ ਕਰਨਾ ਹੁੰਦਾ
एंड बेटे जो वेटेड एपी आ वो किवें कैलकुलेट हुंदा वा टोटल वेटेड प्रॉफिट डिवाइडेड बाय टोटल ऑफ वेट्स। सब तो इंपॉर्टेंट पॉइंट बच्चे नॉर्मली की करते हैं ना वेट्स की जगह वो नंबर ऑफ ईयर्स नाल ही डिवाइड कर जाते हैं कई बारी जो कि गड़बड़ हो जाती है। तो वेटेड एवरेज प्रॉफिट कैलकुलेट करने लिए तुसी वेटेड प्रॉफिट नू वेट्स के टोटल के नाल ही डिवाइड करना हुंदा। आ वाला पॉइंट याद रखियो। रेस्ट सेम एक बारी वेटेड एपी मिल गया तो NYP नाल मल्टीप्लाई करके तुहानू गुडविल की वैल्यू मिल जूगी। ठीक है एंड इहदे च ना एक पॉइंट सीगा जिहदे लिए मैं एक MCQ ऐड किया एंड ये MCQ च पुछ लिया जाता वा कि वेटेड एपी मैथड दा यूज की आ। कैन यू टेल मी ABCD केड़ा ऑप्शन करेक्ट होगा? वेरी गुड बेटा ऑप्शन B इज द करेक्ट आंसर। सो ये पॉइंट तुसी याद रखना इनू भी चाहे तुसी अपने कॉन्सैप्ट्स च ऐड कर लियो कि वेटेड एवरेज प्रॉफिट मैथड यूजफुल उदों हुंदा वा जदों प्रॉफिट्स जो आ कोई ट्रेंड शो कर रहा है या तो प्रॉफिट राइज कर रहा ओवर द ईयर्स या प्रॉफिट फॉल कर रहा। उस केस च अपन सिंपल एपी दे नाल अगर गुडविल कैलकुलेट करांगे तो ओदी बिल्कुल करेक्ट वैल्यू नहीं सानू मिलूगी, वो जस्टिफाइड नहीं होगी। ठीक है क्योंकि या तो साडे प्रॉफिट घट रहे या वध रहे सो ओदे अकॉर्डिंगली सानू वेट्स असाइन करने पैणगे। जिस साल दा प्रॉफिट ज़्यादा उन्होंने आपां ज़्यादा वेट असाइन करांगे। ठीक है एंड ओदे अकॉर्डिंगली गुडविल कैलकुलेट की जाऊगी। सो वेटेड एपी मैथड हाईली रिकमेंडेड हुंदा उस केस जदों प्रॉफिट्स कोई ट्रेंड शो कर रहे आ। ठीक है नाउ लेट अस सी अ क्वेश्चन। सो वी विल नॉट वेस्ट टाइम ऑन दिस क्वेश्चन। सो मैं तुहानू डायरेक्टली इहदा सोल्यूशन भी दिखा रही हाँ। बेटा वेटेड एपी वाले क्वेश्चन दे विच की होगा तुसी इस तरीके दे नाल अपने ईयर्स लिख लोगे मतलब जो भी आ इन्फॉर्मेशन गिवन आ तुसी इहनू वर्टिकल कॉलम्स बना लोगे। ईयर्स लिख लिया प्रॉफिट एंड लॉसेस लिख ले देन वेट्स क्वेश्चन दे विच जो गिवन होणगे वो तुसी वेट्स असाइन कीते देन वेटेड प्रॉफिट तुसी किवें कैलकुलेट कीता बेटा प्रॉफिट नू वेट्स दे नाल मल्टीप्लाई करके यू विल गेट द वेटेड प्रॉफिट देन तुसी वेटेड प्रॉफिट दा भी टोटल कर लेना बेटा एंड वेट्स दा भी टोटल कर लेना। फिर तुसी वेटेड एपी किवें कैलकुलेट करोगे जो तुसी वेटेड प्रॉफिट दा टोटल कीता एंड जो तुसी वेट्स दा टोटल कीता उन्हां नू डिवाइड करके एक बारी वेटेड एपी मिल गया NYP ना मल्टीप्लाई करके यू विल गेट द वेटेड एपी। ठीक है सो नेक्स्ट साडे कोले बेटे आ जांदा वा सुपर प्रॉफिट मैथड। सो आई कंसिडर दिस मैथड इंपॉर्टेंट। ठीक है सो बेटे सब तो पहला तुहानू पता होना चाहिए कि सुपर प्रॉफिट की हुंदा। सुपर प्रॉफिट इज द एक्सेस ऑफ एपी ओवर नॉर्मल प्रॉफिट। सो बच्चा नॉर्मल प्रॉफिट हुंदा एक पर्टिकुलर कैपिटल इन्वेस्ट करके तुसी ऑन एन एवरेज कितना क प्रॉफिट अर्न कर लोगे किन्ने क रिटर्न तुहानू मिल जूगी वो नॉर्मल प्रॉफिट आ। एंड एक्चुअल एपी मीनस कि कितना प्रॉफिट तुसी एक्चुअल च अर्न कर लिया। मैं क्या कि मैं ना सर्टन कैपिटल इन्वेस्ट की हुई सी बिजनेस एंड वो कैपिटल इन्वेस्ट करके ना ऑन एन एवरेज मैं 1 लाख का प्रॉफिट दा अर्न कर सकती हाँ। बट जो ना मैं अपना एक्चुअल प्रॉफिट डिटरमिन किया तो मैं देखा कि मैनू तो बिजनेस दे विच 1,20,000 का प्रॉफिट हो गया। सो मैं जो 20,000 प्रॉफिट एक्सट्रा अर्न कर लिया इस प्रॉफिट नू बेटे सुपर प्रॉफिट कहा जाता एंड सुपर प्रॉफिट भी असी अर्न तां कर पा रहे हैं बिकॉज ऑफ द गुडविल ऑफ आवर बिजनेस। ठीक है एंड तुहानू एक सिंपल जी चीज़ दस दी हाँ सुपर प्रॉफिट नू याद रखण लिए तुसी एक कोड याद रखियो दैट इज SAN दैट इज सुपर प्रॉफिट इज कैलकुलेटेड एज AP माइनस NP। ठीक है वैसे तो अगर लॉजिकली समझ रहे हो कि सुपर प्रॉफिट का मतलब की है तो फॉर्मूला कदे भी गलत नहीं होगा बट कई बार बच्चे ये गड़बड़ कर रहे होंगे उन्होंने नहीं याद रहिंदा कि सुपर प्रॉफिट का की फॉर्मूला सी तो याद रखण लिए SAN याद रख लियो। So super profit is average profit minus normal profit. So average profit you have already learned कि average profit किमें calculate करीदा। Now the twist is कि normal profit किमें determine होगा। देखो बेटा normal profit किमें calculate किया जाता वा capital employed जिन्नी भी capital असी invest की हुई आ multiplied by normal rate of return divided by 100 and normal rate of return हमेशा question च given हुंदी आ बेटा and the main twist is the calculation of capital employed कि तुसी capital employed किवें calculate करोगे। अगर तो capital employed directly given आ तो directly NRR over 100 करके
ਤੁਸੀਂ ਆਪਣਾ NP फाइंड कर लोगे। बट इन केस कैपिटल इंप्लॉयड क्वेश्चन गिवन नहीं हैगी तो साडे कोले दो अप्रोचेस होंदियां बेटा, दो मैथड्स होंदे आ कैपिटल इंप्लॉयड कैलकुलेट करन दे। एक सो लाइबिलिटी साइड अप्रोच दे अकॉर्डिंगली असीं किवें कैलकुलेट करदे हां कैपिटल, दैट इज कैपिटल प्लस रिजर्व्स, एंड एसेट साइड अप्रोच दे अकॉर्डिंगली ऑल एसेट्स माइनस आउटसाइड लाइबिलिटीज। एंड बेटे दोनों केसेस च ना असीं तीन चीज़ां डिडक्ट करनियां हुंदियां, दैट इज गुडविल, फिक्टिशियस एसेट एंड नॉन ट्रेड इन्वेस्टमेंट। ठीक है, एसेट साइड अप्रोच भी गुडविल, नॉन ट्रेड इन्वेस्टमेंट एंड फिक्टिशियस एसेट। समझे बेटा? ठीक, सो आ दो फॉर्मूलाज आ जो तुसी याद रखोगे एंड इनू याद रखने लिए बस इन्नी चीज याद रखो बेटा, लाइबिलिटी साइड अप्रोच के अकॉर्डिंगली इट इज कैपिटल प्लस रिजर्व्स, and asset side approach they accordingly this is all assets minus outside liabilities, and दोनों cases च तीन चीज़ां minus करनियां हुंदियां ने, goodwill, fictitious assets and non trade investments। ठीक, and बेटे अगर question specify ना करे, सिर्फ investments given हो, है ना, कि क्वेश्चन से सिर्फ इन्वेस्टमेंट्स गिवन एंड क्वेश्चन ने स्पेसिफाई नहीं किया वेदर द इन्वेस्टमेंट्स आर नॉन ट्रेड और ट्रेड, सो वी विल ऑलवेज अज्यूम दैट इन्वेस्टमेंट्स आर नॉन ट्रेड इन्वेस्टमेंट्स। ठीक है, unless investments are specified to be trade investments they are taken as non trade investments। ठीक बेटा, एंड बेटे आ भी रीड कर लियो ट्रेड इन्वेस्टमेंट एंड नॉन ट्रेड इन्वेस्टमेंट। सो बेटे ट्रेड इन्वेस्टमेंट्स वो इन्वेस्टमेंट्स हुंदियां ने जो बिजनेस ਨੂੰ एक्सपैंड ਕਰਨ ਲਈ ਕੀਤੀਆਂ ਜਾਂਦੀਆਂ ਨੇ ਨਾਰਮਲੀ, ਰਾਈਟ, मतलब बिजनेस पर्पस लिए जो भी ਆਪਾਂ ਇਨਵੈਸਟਮੈਂਟਸ कर रहे हैं ਉਹਨਾਂ ਨੂੰ ਅਸੀਂ ट्रेड इन्वेस्टमेंट्स ਕਹਿੰਦੇ ਆ। एंड जो चीज़ ਅਸੀਂ मतलब अपने सरप्लस फंड्स इन्वेस्टमेंट पर्पस लिए इन्वेस्ट ਕੀਤੇ ਆ ਉਹਨਾਂ ਨੂੰ ਆਪਾਂ नॉन ट्रेड इन्वेस्टमेंट्स ਕਹਿ ਦਿੰਦੇ ਆ कि कोई प्रॉफिट वगैरह अर्न ਕਰਨ लिए। ठीक है, एंड वो बिजनेस में एक्सपैंड करने लिए नहीं कीतियां जांदियां। ठीक, ਉਹ ਤੋਂ ਬਾਅਦ ਨਾ बेटा ਬੱਚਿਆਂ ਦਾ ਨਾ ਨਾਰਮਲੀ ਇਹ ਕੁਐਸਚਨ ਰਹਿੰਦਾ ਵਾ कैपिटल इंप्लॉयड ਨੂੰ ਲੈ ਕੇ, ਉਹ ਹਮੇਸ਼ਾ ਕਨਫਿਊਜ਼ਡ ਰਹਿੰਦੇ ਆ कैपिटल इंप्लॉयड ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ। ਤੇ ਇੱਕ ਐਗਜ਼ਾਮਪਲ ਦਿਖਾ ਰਹੀ ਹਾਂ ਬਿਕਾਜ਼ ਤੁਸੀਂ ਬੈਕ ਐਕਸਰਸਾਈਜ਼ ਦੇ ਕੁਐਸਚਨ 'ਚ ਦੇਖੋਗੇ ਤਾਂ ਤੁਹਾਨੂੰ ਨॉन ट्रेड इन्वेस्टमेंट, फिक्टिशियस एसेट्स या फिर गुडविल वाला पॉइंट नहीं मिलता। सो ਆਪਾਂ एक एग्जाम्पल देख रहे हैं बेटा। सो इस एग्जाम्पल ਦੇ ਵਿੱਚ ਆਪਾਂ ਲਾਇਬਿਲਿਟੀ ਸਾਈਡ ਅਪਰੋਚ ਵੀ ਯੂਜ਼ ਕਰਾਂਗੇ ਐਂਡ ਐਸੈਟ ਸਾਈਡ ਅਪਰੋਚ ਵੀ ਯੂਜ਼ ਕਰਾਂਗੇ। ਸੋ ਦੋਨੋਂ ਕੇਸਿਸ ਦੇ ਥਰੂ कैपिटल इंप्लॉयड ਦਾ ਆਨਸਰ ਹਮੇਸ਼ਾ ਸੇਮ ਆਉਂਦਾ। सो लाइबिलिटी साइड अप्रोच के थ्रू मैं ਤੁਹਾਨੂੰ ਕੀ ਕਿਹਾ, ਮੇਨ ਯਾਦ ਰੱਖੋ कैपिटल प्लस रिजर्व्स। सो ਇਹਦੇ ਚ ਅਸੀਂ ਕੀ ਕੀਤਾ, ਪਾਰਟਨਰਸ ਦੀਆਂ कैपिटल्स गिवन सी, ਅਸੀਂ कैपिटल्स ऐड कर ਲੀਆਂ, देन एक रिजर्व गिवन आ, ਆਪਾਂ ਉਹ रिजर्व भी ऐड कराता। ठीक है, फिर मैं ਤੁਹਾਨੂੰ ਕਿਹਾ कि तीन चीज़ां माइनस करनियां ਹੁੰਦੀਆਂ ਨੇ, दैट इज नॉन ट्रेड इन्वेस्टमेंट, अगर कुछ भी स्पेसिफाई नहीं किया तो इन्वेस्टमेंट तो नॉन ट्रेड आ। देन आ गया बेटा फिक्टिशियस एसेट। सो फिक्टिशियस एसेट्स की होंगे आ डिफर्ड रेवेन्यू एक्सपेंडिचर, एंड ਉਹਦੇ अंडर उन्होंने एग्जाम्पल भी ली हुई है, दैट इज एडवरटीजमेंट सस्पेंस अकाउंट। ठीक है, सो डिफर्ड रेवेन्यू एक्सपेंडिचर्स फिक्टिशियस एसेट्स होंगे आ, एंड इस क्वेश्चन च बेटे गुडविल भी गिवन आ। सो ਜਿਹੜੀਆਂ तीनों चीज़ां माइनस करनियां ਹੁੰਦੀਆਂ ਉਹ तीनों चीज़ां इस एग्जाम्पल च गिवन ने। सो इन्हां तिन्नां नूं भी असीं की करना वा बेटे, माइनस कर देना वा। ਉਹ ਤੋਂ ਬਾਅਦ जो ਤੁਹਾਡੇ ਕੋਲੇ आंसर आऊगा वो ਤੁਹਾਡਾ फाइनल कैपिटल इंप्लॉयड ਦਾ आंसर होगा। ठीक, ਉਹ ਤੋਂ ਬਾਅਦ बेटे अगर ਤੁਸੀਂ एसेट साइड अप्रोच यूज कर रहे हो तो एसेट साइड के अकॉर्डिंगली टोटल एसेट्स, बट वो टोटल एसेट चो आ तीनों चीज़ां माइनस करनियां हुंदियां ने, दैट इज फिक्टिशियस एसेट, गुडविल एंड नॉन ट्रेड इन्वेस्टमेंट। एंड ਉਹ ਤੋਂ ਬਾਅਦ ਅਸੀਂ ਕੀ करना हुंदा, द बेसिक फॉर्मूला इज total assets excluding these three items minus outside liabilities, right? So outside liabilities भी balance sheet च given आ, capital ਨੂੰ ਤਾਂ ਆਪਾਂ internal liability ਮੰਨਦੇ ਆ ਨਾ, ਤਾਂ outside liabilities ਕੀ ਹੋ ਗਈਆਂ, sundry creditors and outstanding expenses। so ਉਹਨਾਂ ਨੂੰ ਤੁਸੀਂ minus ਕੀਤਾ ਤਾਂ ਤੁਹਾਨੂੰ capital employed ਮਿਲ ਗਈ, and ਦੋਨੋਂ cases ਚ बेटा capital employed ਦਾ answer same ਆ ਰਿਹਾ। ठीक है, ये जस्ट एक एग्जाम्पल ਤੁਹਾਨੂੰ ਦਿਖਾਉਣੀ ਸੀਗੀ ਤਾਂ ਦੱਸਿਆ ਬੇਟਾ, राइट। So beta let us now see a question. So average net profit of Home Depot expected in the future is 54,000 per year. So beta this is the actual profit, actual average profit। ਉਹ ਤੋਂ ਬਾਅਦ question ਦੇ ਵਿੱਚ capital employed ਵੀ given ਆ 3 lakh and the normal profit
expected from the capital invested is 10%. This is the NRR. And ਇਹਦੇ ਚ ਨਾ ਇੱਕ remuneration given ਆ. Remuneration of the partners is 9,000 per annum. ਬੇਟੇ ਜੋ partners ਦੀ remuneration ਹੁੰਦੀ ਆ ਨਾ ਇਹ management cost ਆ. ਅਗਰ ਨਾ question ਇਦਾਂ ਹੋਵੇ ਕਿ ਤੁਹਾਡੇ ਕੋਲੇ ਕਈ years ਦਾ profit given ਆ and management cost ਵੀ given ਹੋਵੇ and ਉਹ management cost ਤਾਂ ਹਰ ਇੱਕ ਸਾਲ ਚੋਂ ਮਾਈਨਸ ਕਰਾਉਣੀ ਹੁੰਦੀ ਆ ਤਾਂ ਜਾਂ ਤਾਂ ਤੁਸੀਂ ਸਾਰੇ ਸਾਲਾਂ ਚੋਂ ਉਹਨੂੰ ਮਾਈਨਸ ਕਰਾਓ ਜਾਂ ਤੁਸੀਂ ਕੀ ਕਰੋ ਬੇਟੇ ਆਪਣਾ ਨਾਰਮਲ AP ਫਾਈਂਡ ਕਰ ਲਓ ਜਿਵੇਂ ਇਸ ਕੁਐਸਚਨ 'ਚ AP ਆਲਰੇਡੀ ਗਿਵਨ ਸੀਗਾ ਐਂਡ ਤੁਸੀਂ ਜੋ ਵੀ ਮੈਨੇਜਮੈਂਟ ਕਾਸਟ ਉਹ ਇਕੱਠੀ ਮਾਈਨਸ ਕਰ ਦਿਓ ਰਾਦਰ ਦੇਨ ਹਰ ਇੱਕ ਸਾਲ ਚੋਂ ਮਾਈਨਸ ਕਰਕੇ ਆਪਣੀ ਕੈਲਕੂਲੇਸ਼ਨ ਵਧਾਉਣ ਦੀ ਬਜਾਏ ਤੁਸੀਂ AP ਆਪਣਾ ਨਾਰਮਲ ਕੈਲਕੂਲੇਟ ਕਰੋ ਫਿਰ ਮੈਨੇਜਮੈਂਟ ਕਾਸਟ ਮਾਈਨਸ ਕਰ ਦਿਓ ਐਂਡ ਤੁਹਾਡੇ ਕੋਲੇ ਐਡਜਸਟਡ ਵਾਲਾ ਪ੍ਰੋਫਿਟ ਆ ਜਾਊਗਾ ਬੇਟਾ ਠੀਕ ਹੈ ਸੋ 54,000 ਚੋਂ ਤੁਸੀਂ 9,000 ਮਾਈਨਸ ਕਰੋਗੇ ਯੂ ਵਿਲ ਗੈਟ ਯੋਰ ਐਕਚੁਅਲ AP and AP ਚੋਂ NP ਮਾਈਨਸ ਕਰਨਾ ਹੁੰਦਾ NP ਕਿਵੇਂ ਕੈਲਕੂਲੇਟ ਕਰਾਂਗੇ 3 lakh is the capital employed normal rate of return is 10% ਸੋ ਕਿੰਨਾ ਬਣ ਗਿਆ 30,000 ਸੋ ਇਹਨਾਂ ਨੂੰ ਤੁਸੀਂ ਮਾਈਨਸ ਕਰੋਗੇ ਯੂ ਵਿਲ ਗੈਟ 15,000 as SP ਤਾਂ SP ਨੂੰ NYP ਨਾਲ ਮਲਟੀਪਲਾਈ ਕਰਾ ਦੋਗੇ ਤੁਹਾਡੇ ਕੋਲੇ ਗੁੱਡਵਿਲ ਦਾ ਆਨਸਰ ਆ ਜਾਊਗਾ ਠੀਕ ਹੈ ਸੋ ਚਲੋ ਬੇਟਾ ਨੈਕਸਟ ਇੱਕ ਐਗਜ਼ਾਮਪਲ ਦੇਖ ਰਹੇ ਹਾਂ ਐਂਡ ਯੂ ਵਿਲ ਸੋਲਵ ਦਿਸ ਐਗਜ਼ਾਮਪਲ So AP given us 75,000 and this includes undervaluation of stock 5,000. Whenever beta nothing is specified regarding stock, you will always assume that they are talking about closing stock. So closing stock the undervaluation plus होगी या minus होगी? Can you tell me? Very good beta. ਸੋ ਕਲੋਜ਼ਿੰਗ ਸਟਾਕ ਦੀ ਅੰਡਰਵੈਲਿਊਏਸ਼ਨ ਅਸੀਂ ਪਲੱਸ ਕਰਾਉਣੇ ਹੁੰਦੇ ਆ ਸੋ ਤੁਸੀਂ ਐਕਚੁਅਲ AP ਜਿਹੜਾ ਵਾ ਐਡਜਸਟ ਕਰਾ ਦੋਗੇ 75 plus 5,000 ਐਂਡ ਦੈਨ ਕੈਪੀਟਲ ਇਨਵੈਸਟਡ ਆਲਰੇਡੀ ਗਿਵਨ ਆ NRR ਵੀ ਗਿਵਨ ਆ NP ਫਾਈਂਡ ਕਰ ਲਓਗੇ AP ਮਾਈਨਸ NP ਕਰਕੇ SP ਆ ਜਾਊਗਾ ਦੈਨ ਨੰਬਰ ਆਫ ਈਅਰਸ ਪਰਚੇਜ਼ਸ 5 ਟਾਈਮਸ 5 ਨਾਲ ਮਲਟੀਪਲਾਈ ਕਰਕੇ SP ਆ ਜਾਊਗਾ ਸੋ ਆਈ ਐਮ ਗਿਵਿੰਗ ਯੂ ਦ 2 minutes ਸੋ ਹਰੀ ਅਪ ਟੈਲ ਮੀ ਵਾਟ ਇਜ਼ ਦ ਆਂਸਰ ਆਫ ਗੁੱਡਵਿਲ So very good. 1,55,000 is the correct answer. So देखो बेटा 5,000 जिमें कि थोनों क्या सीगा कि under valuation of closing stock you will add ਉਹ ਤੋਂ ਬਾਅਦ normal profit capital employed into NRR over 100 normal profit आ गया SP चो SP find ਕਰਨ लिए ਤੁਸੀਂ AP चो NP minus ਕੀਤਾ SP आ गया SP ਨੂੰ ਤੁਸੀਂ 5 ਨਾਲ multiply ਕੀਤਾ goodwill ਦਾ answer आ गया एक next question भी देख लेने आ फटाफट so hurry up बेटा Illustration 13th we solve karo. AP given are 2,50,000 and in this question overvaluation of stock is given. So plus karonge ya minus? Very good. Minus karange. Then beta capital invested already given a NRR भी given a and is question de vich 4 times likhya hoya so NYP is 4. Hurry up and tell me what is the answer of the goodwill. Very good. 1,20,000 is the correct answer. So let me show you the solution also. So beta AP given C overvaluation nu asi minus kita. We got the correct AP. Then capital employed already given C NRR ਨਾਲ multiply कराया. Then थोड़े कोले normal profit आ गया. SP लिए तुसी AP जो NP minus kita. Then 4 ਨਾਲ multiply kita. You got the value of goodwill. शाबाश. ठीक है? So let us move to the next question. बेटा इदा दे questions important ਹੁੰਦੇ ਆ ਇਸ question ਦੇ ਵਿੱਚ average profit ਜੋ ਆ ਉਹ missing ਆ you are supposed to calculate the AP so ਇਸ question ਲਈ ਮੈਂ ਤੁਹਾਨੂੰ 2 ਤੋਂ ਜ਼ਿਆਦਾ minutes ਦੇ ਰਹੀ ਹਾਂ so hurry up try to calculate AP yourself so beta Messrs Hitech India has assets of 5 lakh whereas liabilities are partners ਦੀਆਂ capitals given ਆ 3,50,000 general reserve given a 60,000 and outside liabilities that is sundry creditors 90,000 then normal rate of return given a 10% and goodwill of the firm is valued at 90,000 at 2 years purchase so NYP is 2 years and beta goodwill the answer already given a ठीक है
and you are supposed to determine AP and goodwill उन्होंने केड़े method दे through calculate कीती आ by using super profit method, right? So goodwill is super profit into N by P. So goodwill, the answer already given are 90,000. Super profit सानू नहीं पता. Number of years purchase is 2. So 2 ਦੇ ਨਾਲ divide ਕਰਕੇ we will get the value of super profit. Very good beta. 45,000 आ जाऊगा super profit. Very good. Then super profit ਦਾ formula ਹੁੰਦਾ AP minus NP. अगर तुसी NP find कर लिया तो तुसी AP easily calculate कर लोगे. So super profit is 45,000. AP तुसी calculate करना and NP कितना आ रहा थोड़ा. देखो बेटा कैपिटल एम्प्लॉयड तुसी किवें कैलकुलेट कर सकते हो, दोनों अप्रोचेस दे थ्रू कैलकुलेट कर सकते हो. आंसर सेम ही आऊगा, चॉइस इज योर्स. या तो तुसी एसेट माइनस आउटसाइड लाइबिलिटीज कर दो, 5 लाख माइनस 90,000 ਤਾਂ ਵੀ 4,10,000 ਆ ਰਿਹਾ ਵਾ, ਜਾਂ ਤੁਸੀਂ ਕੈਪੀਟਲ ਦੇ ਵਿੱਚ ਰਿਜ਼ਰਵ ਐਡ ਕਰਾ ਦਿਓ ਤਾਂ ਵੀ 4,10,000 ਆ ਰਿਹਾ. ਸੋ ਅਗਰ ਕੈਪੀਟਲ ਇੰਪਲੋਇਡ 4,10,000 ਆ ਤਾਂ ਨਾਰਮਲ ਪ੍ਰੋਫਿਟ ਕਿੰਨਾ ਹੋ ਜਾਊਗਾ 4,10,000 ਦਾ 10%. So beta normal profit is 41,000. So here we will write 41,000. तो बेटे AP किमें calculate करांगे? SP plus NP. Very good. The correct answer of average profit is 86,000. Now let us solve one more question. So बेटे इस question च तुसी capital employed determine करनी है. So hurry up. Capital employed calculate करो. Average profit is 80,000. Normal rate of return is 10%. Goodwill already given a 1 lakh at 4 years purchase of SP. So first of all SP calculate कर लोगे. Goodwill over NYP. Goodwill is 1 lakh, NYP is 4. So SP आ जाऊगा 25,000. Right? So SP is AP minus NP. SP are 25,000. AP भी given 80,000. Right? So NP the answer दसोगे. Very good. So normal profit is 55,000. Hurry up, आगे calculate करो. So normal profit the वैसे formula की हुंदा वा capital employed into NRR over 100. Right? So normal profit तुसी already determine कर लिया 55,000. Capital employed calculate करना. Normal rate of return भी पता वा. So capital employed किमें calculate कर लोगे 55,000 into 100 over 10. So capital employed कितना बन गया? Right? In both these questions, you are supposed to determine the capital employed only. So beta tell me. सब तो पहला तुसी 19th question ਦਾ answer ਦੱਸੋ. Partners ਦੇ capital accounts ਦਾ balance given ਆ, ਉਹਨਾਂ ਦੇ current account ਦੇ balances given ਨੇ. Then bank loan given ਆ, goodwill given ਆ, and investment given a, advertisement suspense given a. So very good, the correct answer is 10 lakh and तुसी वो 10 lakh किमें determine किता? सबनू पता कि balance sheet जो आ वो हमेशा match कर दिया, जो थोड़ा liabilities दा total आ वही थोड़ा assets दा total होगा. So अगर तुसी total assets दी value calculate करनी आ, दोनों partners दी capital 5 lakh आ, so 10 lakh capitals बन जाणगियां. Current account balance is 50 plus 40, that is 90,000 and bank loan is 10 lakh. So total कितना हो गया? 20 lakh 90,000. So यही value total assets दी आ. But बेटा ਜਦੋਂ ਅਸੀਂ capital employed calculate ਕਰਦੇ ਆ ਤਾਂ ਅਸੀਂ ਆਪਣੇ total assets ਚੋਂ ਤਿੰਨ ਚੀਜ਼ਾਂ exclude ਕਰਨੀਆਂ ਹੁੰਦੀਆਂ, that is goodwill, non-trade investment and fictitious asset. ਤਾਂ ਇਹਦੇ ਚੋਂ ਤੁਸੀਂ goodwill ਵੀ minus ਕਰ ਦੋਗੇ, non-trade investment भी minus कर दोगे and fictitious asset भी minus कर दोगे, that is advertisement suspense.
आ सब कुछ करन तो बाद बेटा तुसी माइनस करोगे आउटसाइड लाइबिलिटीज दैट इज बैंक लोन 10 लाख ਉਹ ਤੋਂ ਬਾਅਦ ਜੋ ਤੁਹਾਡੇ ਕੋਲੇ ਫਾਈਨਲ ਆਨਸਰ ਆਊਗਾ ਉਹ ਆਨਸਰ ਤੁਹਾਡਾ ਹੋਊਗਾ ਕੈਪੀਟਲ ਇੰਪਲੋਇਡ ਦਾ दैट इज 10 लाख ठीक है very good 14,85,000 is the correct answer for question number 20th so ਤੁਸੀਂ ਇਹ ਕਿਵੇਂ ਕੈਲਕੂਲੇਟ ਕੀਤਾ ਬੇਟਾ ਇਸ ਕੁਐਸਚਨ ਚ ਟੋਟਲ ਐਸੈਟਸ ਗਿਵਨ ਸੀਗੇ 25 ਲੱਖ then question ਚ ਬੇਟਾ ਕਰੰਟ ਅਕਾਊਂਟ ਦੇ ਡੈਬਿਟ ਬੈਲੈਂਸਸ ਗਿਵਨ ਨੇ ਬਟ ਅਸੀਂ ਕਰੰਟ ਅਕਾਊਂਟ ਦੇ ਬੈਲੈਂਸਸ ਵੀ ਨਹੀਂ ਲੈਣੇ ਹੁੰਦੇ ਸੋ ਤੁਸੀਂ ਕੈਪੀਟਲ ਇੰਪਲੋਇਡ ਕਿਵੇਂ ਕੈਲਕੂਲੇਟ ਕਰੋਗੇ ਸੋ ਟੋਟਲ ਐਸੈਟਸ ਗਿਵਨ ਆ 25 ਲੱਖ ਉਹਦੇ ਚੋਂ ਤੁਸੀਂ ਕਰੰਟ ਅਕਾਊਂਟ ਦੇ ਬੈਲੈਂਸਸ 75 plus 25 1 ਲੱਖ ਮਾਈਨਸ ਕਰ ਦੋਗੇ ਉਹ ਤੋਂ ਬਾਅਦ ਜੋ ਤਿੰਨ ਐਕਸੈਪਸ਼ਨਸ ਹੁੰਦੀਆਂ ਗੁੱਡਵਿਲ ਨॉन ट्रेड ਇਨਵੈਸਟਮੈਂਟ ਬਟ ਇਹਦੇ ਚ ਤਾਂ ਟ੍ਰੇਡ ਇਨਵੈਸਟਮੈਂਟ ਗਿਵਨ ਆ ਬੇਟਾ ਇਹਨੂੰ ਨਹੀਂ ਮਾਈਨਸ ਕਰਨਾ ਸੋ ਤੁਸੀਂ ਸਿਰਫ ਗੁੱਡਵਿਲ ਐਂਡ ਫਿਕਟੀਸ਼ੀਅਸ ਐਸੈਟ ਮਾਈਨਸ ਕਰਾਉਂਗੇ ਸੋ दैट इज 1 ਲੱਖ minus 15,000 so 1 lakh 15,000 ਉਹ ਤੋਂ ਬਾਅਦ ਆਊਟਸਾਈਡ ਲਾਇਬਿਲਿਟੀਜ਼ ਮਾਈਨਸ ਕਰਾ ਦੋਗੇ that is 8 ਲੱਖ ਇਹ ਸਭ ਨੂੰ ਮਾਈਨਸ ਕਰਨ ਤੋਂ ਬਾਅਦ ਆਨਸਰ ਕਿੰਨਾ ਆ ਜਾਊਗਾ 14,85,000 right so beta next we have this is the last method that is capitalization method so beta capitalization method ਦੇ ਵਿੱਚ ਸਾਡੇ ਕੋਲੇ ਦੋ ਕੇसेस ਹੁੰਦੇ ਆ capitalization of average profit and capitalization of super profit ਜਦੋਂ ਤਾਂ ਅਸੀਂ super profit ਦੀ capitalization ਕਰਦੇ ਆ ਤਾਂ ਸਾਡੇ ਕੋਲੇ goodwill ਦਾ ਆਨਸਰ ਡਾਇਰੈਕਟ ਆ ਜਾਂਦਾ ਹੁੰਦਾ ਵਾ super profit into 100 over NRR मतलब super profit ਨੂੰ NRR ਨਾਲ divide ਕਰਕੇ goodwill ਮਿਲ ਜਾਂਦੀ ਆ ਸਾਨੂੰ and super profit ਸਾਨੂੰ calculate ਕਰਨਾ already ਆਉਂਦਾ but average profit ਦੇ case ਦੇ ਵਿੱਚ goodwill ਦਾ ਆਨਸਰ ਕਿਵੇਂ ਮਿਲਦਾ the capitalized value of business minus capital employed ਤਾਂ calculate ਕਰਨੀ ਆਉਂਦੀ ਆ ਅਸੀਂ already ਬਹੁਤ ਸਾਰੇ questions ਵੀ ਦੇਖ ਲਏ ਆ but capitalized value ਕਿਵੇਂ ਮਿਲਦੀ ਆ AP into 100 over NRR ਬੱਚਿਆਂ ਨੂੰ ਨਾ ਕਈ ਵਾਰੀ ਇਹ ਕਨਫਿਊਜ਼ਨ ਹੁੰਦੀ ਆ ਕਈ ਵਾਰੀ ਉਹ AP into 100 over NRR ਕਰਕੇ ਹੀ ਗੁੱਡਵਿਲ ਕੈਲਕੂਲੇਟ ਕਰੇ ਆਉਂਦੇ ਆ ਕਿ ਬਸ ਇਹੀ ਗੁੱਡਵਿਲ ਦਾ ਆਨਸਰ ਆ ਜਦਕਿ AP ਦੇ ਕੇਸ ਇਸ ਚੀਜ਼ ਨੂੰ ਕਰਨ ਨਾਲ ਸਾਨੂੰ ਕੈਪੀਟਲਾਈਜ਼ਡ ਵੈਲਿਊ ਮਿਲਦੀ ਆ ਬਟ SP ਦੇ ਕੇਸ 'ਚ ਇਹ ਚੀਜ਼ ਨੂੰ ਕਰਨ ਨਾਲ ਸਾਨੂੰ ਪ੍ਰੋਪਰ ਗੁੱਡਵਿਲ ਦੀ ਵੈਲਿਊ ਮਿਲ ਜਾਂਦੀ ਆ ਕਿਉਂਕਿ ਸੁਪਰ ਪ੍ਰੋਫਿਟ ਅਸੀਂ ਅਰਨ ਹੀ ਤਾਂ ਕਰ ਰਹੇ ਆ ਕਿਉਂਕਿ ਸਾਡੀ ਬਿਜ਼ਨਸ ਦੀ ਗੁੱਡਵਿਲ ਬਣੀ ਹੋਈ ਸੀ ਤਾਂ ਡਾਇਰੈਕਟ ਅਸੀਂ ਸੁਪਰ ਪ੍ਰੋਫਿਟ ਨੂੰ ਕੈਪੀਟਲਾਈਜ਼ ਕੀਤਾ ਗੁੱਡਵਿਲ ਦਾ ਆਨਸਰ ਆ ਗਿਆ ਬਟ ਐਵਰੇਜ ਪ੍ਰੋਫਿਟ ਦੇ ਕੇਸ ਸਾਨੂੰ ਕੈਪੀਟਲਾਈਜ਼ਡ ਵੈਲਿਊ ਚੋਂ ਜੋ ਐਕਚੁਅਲ 'ਚ ਅਸੀਂ ਕੈਪੀਟਲ ਇੰਪਲੋਏ ਕੀਤੀ ਹੋਈ ਆ ਉਹ ਮਾਈਨਸ ਕਰਨੀ ਪੈਂਦੀ ਆ ਇਨ ਆਰਡਰ ਟੂ ਫਾਈਂਡ ਦ ਵੈਲਿਊ ਆਫ ਗੁੱਡਵਿਲ ਠੀਕ सो फटाफट एक क्वेश्चन सॉल्व करोगे कैपिटलाइजेशन ऑफ एवरेज प्रॉफिट मेथड के थ्रू तुसी ये कैलकुलेट करना पार्टनर्स दियां फिक्स्ड कैपिटल्स गिवन आ देन उन्हां दे करंट अकाउंट दे क्रेडिट बैलेंसेस गिवन ने देन जनरल रिजर्व दा बैलेंस गिवन आ ਉਹ ਤੋਂ ਬਾਅਦ ਕੋਈ ਲਾਇਬਿਲਿਟੀ ਤਾਂ ਹੈ ਨਹੀਂ ਗੀ ਫਰਮ ਦੀ then average profit given a 5 lakh and we are supposed to calculate the value of goodwill by applying the capitalization of AP and normal rate of return is 10%. So first of all we will calculate the capital employed. So capital employed लिए तुसी partners दियां capitals उन्हां दे current account दे balances and general reserve ਨੂੰ add करा दोगे. So this will very good 20 lakh ठीक है and AP already given आ and तुसी capitalized value किवें calculate कर लोगे AP जो कि 5 लाख आ into 100 over NRR so that will be 50 lakh and तुसी goodwill किवें determine करोगे capitalized value minus capital employed ठीक है and goodwill ਦਾ आंसर आ गया 30 लाख ठीक सो बेटा in this question तुसी मैनू सिर्फ first part करके दिखा दो that is the capitalization of super profit capitalization of AP we have already discussed अगर capitalization of super profit calculate करनी होवे तो किवें calculate करांगे so इस केस च goodwill किवें calculate हो जांदी आ SP into 100 over NRR.
So hurry up. Average profit is 1 lakh. Normal rate of return is 10%. Assets are 10 lakh. External liabilities are 1,80,000. So capital employed कितनी हो जाएगी? 10 lakh minus 1,80,000, that is 82,000. So normal profit किमें आ जाएगा? 82,000 into 10 by 100, that is 8,200. Okay, here is 8,20,000 ना, तो इतने 82,000 आऊगा बेटा. 1,80,000, very good बेटा. 1,80,000 is the correct answer. So तुसी की कितना? AP चो NP minus कितना? Then थोड़े कोले SP आ गया 18,000. Then तुसी 18,000 into 100 over 10 कितना? 1,80,000 goodwill दा आंसर आ गया. ठीक. सो पता चलिया एवरेज प्रॉफिट दी कैपिटलाइजेशन एंड सुपर प्रॉफिट दी कैपिटलाइजेशन. राइट बेटा.